ਸੱਭਿਆਚਾਰ ਰਸਮ ਰਿਵਾਜ ਦੀ ਜਦੋਂ ਗੱਲ ਆਉਂਦੀ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਉਹ ਖਜ਼ਾਨਾ ਜੋ ਅਸੀਂ ਸਾਂਭੀ ਬੈਠੇ ਹਾਂ ਆਪਣੇ ਜ਼ਹਿਨ ਦੇ ਨਾਲ ਘਰ ਦੀ ਬੈਠਕ ਦੀ ਪਰਛੱਤੀ ਤੇ। ਉਹ ਵਿਰਾਸਤ ਤੇ ਉਹ ਖਜ਼ਾਨਾ ਜੋ ਹਰ ਕੋਈ ਸਾਂਭਣਾ ਚਾਹੁੰਦਾ ਹੈ, ਪਰ ਸਾਂਭ ਉਹੀ ਸਕਿਆ ਜਿਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਵੇ, ਚਿਣਗ ਹੋਵੇ। ਤੇ ਉਹ ਚਾਹੁੰਦਾ ਹੈ ਕਿ ਆਉਣ ਵਾਲੀਆਂ ਨਸਲਾਂ ਭਾਵ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋਣ ਪੰਜਾਬ ਦੇ ਇਸ ਅਮੀਰ ਵਿਰਾਸਤ ਤੇ ਸਾਡੇ ਨਵੇਂ ਪ੍ਰੋਗਰਾਮ ਅਨਮੋਲ ਖਜ਼ਾਨਾ ਤੋਂ। ਸੰਗੀਤਕਾਰ ਜਿਉਂਦਾ ਹੈ ਆਪਣੀ ਸੰਗੀਤ ਦੇ ਨਾਲ, ਅਦਾਕਾਰ ਜਿਉਂਦਾ ਹੈ ਆਪਣੇ ਅੰਦਰਲੇ ਜਿਹੜੇ ਅਨੁਭਵ ਹੈ ਉਹਨਾਂ ਨੂੰ ਬਾਹਰ ਕੱਢਣ ਲਈ ਆਪਣੀ ਅਦਾਕਾਰੀ ਦਿਖਾਉਂਦਾ ਹੈ ਪਰਦੇ ਦੇ ਅੱਗੇ ਅਤੇ ਪਰਦੇ ਦੇ ਪਿੱਛੇ ਦੀਆਂ ਵੀ ਕੁਛ ਚੀਜ਼ਾਂ ਜੋ ਸਾਨੂੰ ਪਤਾ ਨਹੀਂ ਹੁੰਦੀਆਂ ਉਹ ਇੱਕ ਅਦਾਕਾਰ ਆਪਣੇ ਪਰਦੇ ਦੇ ਸਾਹਮਣੇ ਜਿਹੜਾ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਕਿਸੇ ਨਾ ਕਿਸੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਹ ਚੀਜ਼ਾਂ ਦਾ ਜਿਹੜਾ ਦਿਖਾਵਾ ਕਰਦਾ ਹੈ, ਉਹਨੂੰ ਦਿਖਾਉਂਦਾ ਹੈ ਜੇ ਸਿੱਧੇ ਅਰਥਾਂ 'ਚ ਮੈਂ ਕਹਾਂ। ਅਤੇ ਇੱਕ ਕਲਾਕਾਰ ਜਿਹੜਾ ਹੁੰਦਾ ਉਹਦੇ ਅੰਦਰਲੇ ਮਨ ਦੇ ਜਿਹੜੇ ਵਲਵਲੇ ਨੇ ਚੰਗੇ ਹੁੰਦੇ ਨੇ, ਬਹੁਤ ਸਾਰੇ ਦਿਮਾਗ ਦੇ ਵਿੱਚ ਗੱਲਾਂ ਉੱਠਦੀਆਂ ਨੇ, ਬਹੁਤ ਸਾਰੇ ਉਭਾਰ ਹੁੰਦੇ ਨੇ। ਇੱਕ ਕਲਾਕਾਰ ਇੱਕ ਆਪਣੀ ਵੱਖਰੀ ਕਲਾ ਦੇ ਨਾਲ ਉਹਨੂੰ ਜਿਉਂਦਾ ਰੱਖਦਾ ਹੈ। ਉਹ ਭਾਵੇਂ ਉਹਨੂੰ ਸ਼ੌਕ ਬਚਪਨ ਦੇ ਵਿੱਚ ਪਿਆ ਹੋਵੇ ਜਾਂ ਬਚਪਨ ਦੇ ਵਿੱਚ ਉਹ ਰਹਿ ਗਿਆ ਹੋਵੇ ਕਿਸੇ ਕਾਰਨਾਂ ਕਰਕੇ, ਘਰ ਦੀਆਂ ਮਜਬੂਰੀਆਂ ਕਰਕੇ, ਅਤੇ ਜਦੋਂ ਉਹਨੂੰ ਜ਼ਿੰਦਗੀ ਦੇ ਕਿਸੇ ਅਗਲੇ ਪਾਏਦਾਨ 'ਤੇ ਅਗਲੇ ਪੜਾਅ 'ਤੇ ਉਹ ਮੌਕਾ ਮਿਲਦਾ ਹੈ ਅਤੇ ਉਹ ਕੋਸ਼ਿਸ਼ ਕਰਦਾ ਹੈ ਆਪਣੇ ਉਸ ਹੁਨਰ ਨੂੰ ਅੱਗੇ ਵਧਾਉਣ ਦਾ ਜਾਂ ਆਪਣੀਆਂ ਇੱਛਾਵਾਂ ਨੂੰ ਜ਼ਰੂਰ ਜ਼ਿੰਦਗੀ 'ਚ ਦੁਬਾਰਾ ਕੋਸ਼ਿਸ਼ ਕਰਦਾ ਉਹਨਾਂ ਨੂੰ ਜਿਉਂਦਾ ਰੱਖਣ ਲਈ। ਸੋ ਅਦਾਕਾਰ, ਕਲਾਕਾਰ, ਸੰਗੀਤਕਾਰ ਇਹ ਸਾਰੇ ਵੱਖਰੇ ਵੱਖਰੇ ਸੁਮੇਲ ਨੇ, ਪਰ ਹੈ ਕਹਿੰਦੇ ਨੇ ਜਿਉਂਦਾ ਰੱਖਣ ਲਈ ਇੱਕੋ ਇਨਸਾਨ ਜਿਹੜਾ ਹੈ ਨਾ ਉਹ ਇਹਨੂੰ ਜਿਹੜੇ ਦੂਸਰੇ ਦਰਸ਼ਕਾਂ ਤੱਕ ਸਾਹਮਣੇ ਰੂਬਰੂ ਕਰਦਾ ਹੈ। ਪ੍ਰੋਗਰਾਮ ਅਨਮੋਲ ਖਜ਼ਾਨਾ ਦੀ ਇਸ ਪੇਸ਼ਕਸ਼ ਦੇ ਵਿੱਚ ਸਭ ਤੋਂ ਪਹਿਲੇ ਤਾਂ ਰਣਦੀਪ ਤੁਹਾਨੂੰ ਸਤਿ ਸ਼੍ਰੀ ਅਕਾਲ ਆਖਦੀ ਹੈ ਅਤੇ ਉਸ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਨਾ ਚਾਹੁੰਦੀ ਹੈ ਜਿਹਦੇ ਵੱਖਰੇ ਵੱਖਰੇ ਜ਼ਿੰਦਗੀ ਦੇ ਪੰਨੇ ਨੇ ਅਤੇ ਵੱਖਰੇ ਵੱਖਰੇ ਪੰਨਿਆਂ ਦੇ ਵਿੱਚ ਵੱਖਰੇ ਵੱਖਰੇ ਰੰਗ ਘੁਲੇ ਨੇ। ਉਸ ਅਦਾਕਾਰ ਦਾ ਜਾਂ ਕਹਿ ਲਵਾਂ ਕਿ ਉਸ ਕਲਾਕਾਰ ਦਾ ਜਾਂ ਉਸ ਵੀਰ ਦਾ ਨਾਮ ਹੈ ਜੀ ਗੁਰਮੀਤ ਸਿੰਘ ਥਿੰਦ। ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੀਤ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਅਨਮੋਲ ਖਜ਼ਾਨਾ। UK ਯੂਰਪ ਦੇ ਸਾਰੇ ਦਰਸ਼ਕ, ਸਾਰੀਆਂ ਸੰਗਤਾਂ ਇਸ ਪ੍ਰੋਗਰਾਮ ਨੂੰ, ਇਸ ਚੈਨਲ ਨੂੰ ਵੀ ਬੜਾ ਭਰਵਾਂ ਹੁੰਗਾਰਾ ਦਿੰਦੇ ਨੇ ਔਰ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਹਾਂਜੀ, ਤੁਹਾਡਾ ਵੀ ਸਭ ਤੋਂ ਪਹਿਲਾਂ ਭੈਣ ਰਣਦੀਪ ਕੌਰ ਜੀ ਦਾ ਅਤੇ ਅਕਾਲ ਚੈਨਲ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ, ਜਿਹੜੇ ਸਾਨੂੰ ਇੱਥੇ ਮਤਲਬ ਇਸ ਤਰੀਕੇ ਦੇ ਨਾਲ ਜਾਣਨ ਦਾ ਲੋਕਾਂ ਤੱਕ ਸੁਨੇਹਾ ਪਹੁੰਚਾ ਰਹੇ ਨੇ। ਔਰ ਅਕਾਲ ਚੈਨਲ ਦੇਖਦੇ ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੱਲ ਕਰਦੇ ਹਾਂ ਕਲਾਕਾਰ ਬਾਰੇ। ਕਲਾਕਾਰ ਦੇ ਬਹੁਤ ਵੱਖਰੇ ਵੱਖਰੇ ਜਿਹੜੇ ਨੇ ਇੱਕ ਦਰਖਤ ਨੂੰ ਲੱਗੇ ਹੋਏ ਵੱਖਰੀਆਂ ਵੱਖਰੀਆਂ ਸ਼ਾਖਾਵਾਂ ਹੁੰਦੀਆਂ ਨੇ, ਉਹਦੇ ਵੱਖਰੇ ਵੱਖਰੇ ਫਲ ਅਤੇ ਪੱਤੇ ਹੁੰਦੇ ਨੇ। ਤੁਹਾਡੀ ਕਲਾਕਾਰੀ ਦੀ ਗੱਲ ਕਰਦੇ ਹਾਂ, ਤੁਸੀਂ ਪੇਂਟਿੰਗਸ ਕਰਦੇ ਹੋ। ਪੇਂਟਿੰਗਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੀ ਵੈਰਾਈਟੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂਜੀ, ਜਿਹੜਾ ਪੇਂਟਿੰਗ ਦਾ ਖੇਤਰ ਹੈ ਭੈਣ ਜੀ ਉਹ ਬਹੁਤ ਹੀ ਪੁਰਾਣਾ ਹੈ, ਬਹੁਤ ਹੀ ਪੁਰਾਤਨ ਹੈ। ਮਤਲਬ ਪਹਿਲਾਂ ਪੇਂਟਿੰਗ ਜਿਹੜੇ ਹੈ ਵਾਲ ਦੇ ਉੱਪਰ, ਕੰਧਾਂ ਦੇ ਉੱਪਰ ਹੀ ਕਰੀ ਜਾਂਦੀ ਸੀ, ਫਿਰ ਹੌਲੀ ਹੌਲੀ ਸਮੇਂ ਦੇ ਅਨੁਸਾਰ ਡਿਵੈਲਪ ਹੋਇਆ ਔਰ ਜਿਹੜਾ ਅੱਜ ਦੀ ਦੌਰ ਦੇ ਵਿੱਚ ਹੈ ਕੰਮ ਕੈਨਵਸ ਤੱਕ ਪਹੁੰਚ ਗਿਆ ਹੈ। ਕੈਨਵਸ ਦੇ ਉੱਪਰ ਸਪੈਸ਼ਲ ਜਿਹੜਾ ਇਹ ਇੱਕ ਫਾਈਬਰ ਹੁੰਦੀ ਹੈ, ਕੱਪੜਾ ਹੁੰਦਾ ਹੈ ਜਿਹਦੇ ਉੱਪਰ ਪੇਂਟਿੰਗ ਬਣਾਈ ਜਾਂਦੀ ਹੈ। ਇਹਦੇ ਵਿੱਚ ਲਾਈਫ ਬਹੁਤ ਸਾਲ ਤੱਕ, 100 ਸਾਲ ਤੱਕ ਆਪਾਂ ਪੇਂਟਿੰਗ ਨੂੰ ਜਿਉਂਦਾ ਹੀ ਰੱਖ ਸਕਦੇ ਹਾਂ ਜੀ। ਮਤਲਬ ਜੇ ਆਪਾਂ
ਕਾਗਜ਼ ਤੇ ਉਹਨੂੰ ਬਣਾਉਣੇ, ਕੈਨਵਸ ਨੂੰ ਉਤਾਰਦੇ ਆ, ਕਿਸੇ ਵੀ ਸ਼ਕਲ ਨੂੰ ਉਤਾਰਦੇ ਆ, ਪਰ ਤੁਸੀਂ ਦੱਸਿਆ ਕਿ ਜਿਹੜੀ ਲੌਂਗ ਲਾਈਫ ਚੱਲਣ ਵਾਲੀ ਹੈ ਉਹਦੇ ਵਿੱਚ ਇੱਕ ਵੱਖਰਾ ਜਿਹੜਾ ਹੁੰਦਾ ਹੈ। ਸੋ ਕੋਈ ਵੀ ਤੁਸੀਂ ਤਸਵੀਰ ਨੂੰ ਬ੍ਰਸ਼ ਦੇ ਰਾਹੀਂ ਇੱਕ ਕਾਗਜ਼ ਤੇ ਕੈਨਵਸ ਤੇ ਉਤਾਰਨਾ ਹੈ, ਸੋ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਪਹਿਲੇ ਉਹ ਖਿਆਲ ਪਨਪਦੇ ਨੇ, ਜਾਂ ਦਿਲ ਦੀਆਂ ਗਹਿਰਾਈਆਂ ਹੁੰਦੀਆਂ ਨੇ, ਮਤਲਬ ਕੀ ਦਿਮਾਗ 'ਚ ਆਉਂਦਾ ਇੱਕ ਕਲਾਕਾਰ, ਖਾਸ ਕਰਕੇ ਇੱਕ ਜੇ ਆਪਾਂ ਪੇਂਟਰ ਦੀ ਗੱਲ ਕਰਦੇ ਹਾਂ ਜਿਹੜਾ ਕਿ ਪੇਂਟਿੰਗ ਕਰਦੇ ਨੇ? ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ, ਜਦੋਂ ਸਾਨੂੰ ਕਲਾਕਾਰ ਦੀ ਹਮੇਸ਼ਾ ਇਹੀ ਚਾਹਨਾ ਹੁੰਦੀ ਹੈ ਕਿ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਹੈ, ਚੱਲ ਰਿਹਾ ਹੈ, ਉਹ ਚੀਜ਼ ਨੂੰ ਕੋਈ ਮੈਸੇਜ ਦੇਣ ਵਾਲੇ, ਸੁਨੇਹਾ ਦੇਣ ਵਾਲੀ ਚੀਜ਼ ਨੂੰ ਅਸੀਂ ਆਪਣੀ ਕੈਨਵਸ ਦੇ ਉੱਪਰ ਬਣਾਈਏ, ਔਰ ਤਾਂ ਕਿ ਲੋਕਾਂ ਨੂੰ ਅੱਛਾ ਸੁਨੇਹਾ ਆਪਾਂ ਦੇ ਸਕੀਏ ਅਤੇ ਸਮਾਜ ਦੇ ਵਿੱਚ ਸੁਧਾਰ ਆ ਸਕੇ ਕੋਈ। ਇਸ ਤਰ੍ਹਾਂ ਦੀਆਂ ਪੇਂਟਿੰਗਾਂ ਅਸੀਂ ਕਲਾਕਾਰ ਸਾਰੇ ਹੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜੀ। ਤੇ ਤੁਹਾਡੀ ਸਭ ਤੋਂ ਪਹਿਲੀ ਪੇਂਟਿੰਗ ਕਿਹੜੀ ਸੀ? ਸਭ ਤੋਂ ਪਹਿਲੀ ਮੋਸਟਲੀ ਆਪਣੇ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ 'ਚ ਹੁੰਦਾ ਕਿ ਅਸੀਂ ਗੁਰੂ ਸਾਹਿਬਾਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਉਹਨਾਂ ਨੂੰ ਹੀ ਚਿਤਰਿਆ ਜਾਵੇ। ਤਾਂ ਮੇਰਾ ਵੀ ਹੱਥ ਪਹਿਲਾਂ ਗੁਰੂ ਸਾਹਿਬ ਦੀਆਂ ਪੇਂਟਿੰਗ 'ਤੇ ਪਿਆ ਸੀਗਾ, ਅਤੇ ਗੁਰੂ ਨਾਨਕ ਦੇਵ ਜੀ ਦੀ ਮੈਂ ਪੇਂਟਿੰਗ ਪਹਿਲਾਂ ਮਤਲਬ ਉਹਨੂੰ ਡਰਾਇੰਗ ਬਣਾਇਆ ਸੀਗਾ ਜੀ। ਤੇ ਵੀਰ ਜੀ, ਇੱਕ ਚੀਜ਼ ਨੂੰ ਹੂ ਬਹੂ ਉਤਾਰਨਾ, ਇੱਕ ਛਵੀ ਨੂੰ ਆਪਣੇ ਦਿਮਾਗ 'ਚ ਲੈ ਕੇ ਆਉਣਾ, ਫਿਰ ਆਪਣੇ ਹੱਥਾਂ ਨੂੰ ਇੱਦਾਂ ਸਮਝਾਉਣਾ ਕਿ ਉਸ ਚੀਜ਼ ਨੂੰ ਜੋ ਤੁਸੀਂ ਦੇਖੀ ਹੈ, ਜੋ ਪਹਿਲੇ ਇੱਕ ਚੀਜ਼ ਬਣ ਚੁੱਕੀ ਹੈ, ਜਾਂ ਦੂਸਰਾ ਸਵਾਲ ਮੇਰਾ ਇਹ ਨਾਲ ਦੀ ਨਾਲ ਹੈ ਕਿ ਜਾਂ ਤੁਸੀਂ ਆਪਣਾ ਕੁਝ ਸੋਚਿਆ, ਬਟ ਹੂ ਬਹੂ ਜੋ ਤੁਸੀਂ ਸੋਚਿਆ ਜਾਂ ਤੁਸੀਂ ਦੇਖਿਆ ਉਹੋ ਹੀ ਤੁਸੀਂ ਚਾਹੁੰਦੇ ਆ ਕਿ ਉਸ ਚੀਜ਼ 'ਤੇ, ਉਸ ਕਾਗਜ਼ 'ਤੇ, ਉਸ ਕੈਨਵਸ 'ਤੇ ਉਤਾਰਿਆ ਜਾਵੇ, ਔਰ ਤੁਹਾਨੂੰ ਬਣਨ ਤੋਂ ਬਾਅਦ ਲੱਗੇ ਕਿ ਵਾਕਈ ਜੋ ਤੁਸੀਂ ਸੋਚਿਆ ਸੀ ਉਸ ਚੀਜ਼ ਲਈ ਤੁਸੀਂ ਸੈਟਿਸਫਾਈਡ ਹੋ। ਬਿਲਕੁਲ ਜੀ। ਇਸ ਤਰ੍ਹਾਂ ਮੈਂ ਜਦੋਂ ਸਟਾਰਟਿੰਗ ਦੇ ਵਿੱਚ ਪੇਂਟਿੰਗ ਲਾਈਨ ਦੇ ਵਿੱਚ ਆਇਆ, ਔਰ ਮੈਂ ਸਰਦਾਰ ਸੂਬਾ ਸਿੰਘ ਜੀ ਆਪਣੇ ਜਿਹੜੇ ਬਹੁਤ ਹੀ ਮਸ਼ਹੂਰ ਚਿੱਤਰਕਾਰ ਹੈ ਪੰਜਾਬ ਦੇ, ਉਹਨਾਂ ਦੀ ਇੱਕ ਬੁੱਕ ਸੀਗੀ ਕਲਾ ਵਾਹਿਗੁਰੂ ਦੀ। ਤਾਂ ਮੈਂ ਉਸ ਤੋਂ ਹੀ ਇਹ ਸਮਝਿਆ ਜਦੋਂ ਮੈਂ ਉਹਨੂੰ ਪੜ੍ਹਿਆ ਬਈ ਇਹ ਕਲਾ ਵਾਹਿਗੁਰੂ ਦੀ ਹੀ ਕਲਾ ਹੈ। ਇਹਦੇ ਵਿੱਚ ਫਿਰ ਜਦੋਂ ਮਨ ਦੇ ਵਿੱਚ ਜੋ ਵੀ ਆਪਣੇ ਬਲਬਲੇ ਹੁੰਦੇ ਹੈ ਉਹਨਾਂ ਨੂੰ ਆਪਾਂ ਚਿਤਾਰਨ ਦੀ ਕੋਸ਼ਿਸ਼ ਕਰਦੇ ਹਾਂ, ਮਿਹਨਤ ਕਰਾਂਗੇ, ਫਿਰ ਆਪਾਂ ਹੋ ਜਾਂਦਾ ਜਦੋਂ ਅਸੀਂ ਕਿਸੇ ਵੀ ਚਿੱਤਰ ਨੂੰ ਤਿਆਰ ਕਰਦੇ ਹਾਂ ਬਈ ਹਾਂ ਉਹ ਹੂ ਬਹੂ ਜਿਹੜਾ ਮਨ ਦੇ ਵਿੱਚ ਸੀਗਾ ਉਹ ਆਪਣੀ ਕੈਨਵਸ 'ਤੇ ਆ ਜਾਂਦਾ ਜੀ। ਤੇ ਕਲਾਕਾਰੀ ਕਰਨਾ ਵੈਸੇ ਤਾਂ ਗੁਰਮੀਤ ਜੀ ਕੋਈ ਸੌਖਾ ਨਹੀਂ ਹੈ। ਹਰ ਬੰਦਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਪਰਫੈਕਟ ਹੁੰਦਾ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਛੋਟਿਆਂ ਤੋਂ ਵੀ ਸਿੱਖ ਲੈਂਦੇ ਹਾਂ, ਜਾਂ ਆਪਾਂ ਨੂੰ ਹੁੰਦਾ ਕਿ ਸਾਡਾ ਕੋਈ ਆਈਡੀਅਲ ਹੈ, ਅਸੀਂ ਉਹ ਤੋਂ ਬਣ ਕੇ ਜਿਹੜਾ ਅੱਗੇ ਆਉਣਾ ਜਾਂ ਉੱਦਾਂ ਦਾ ਬਣ ਸਕੀਏ, ਪਰ ਅਸੀਂ ਉੱਦਾਂ ਦੇ ਬਣਦੇ ਨਹੀਂ ਹੈ। ਕਿਤੇ ਨਾ ਕਿਤੇ ਗੱਲਾਂ ਜਿਹੜੇ ਆਪਣੇ ਦਿਮਾਗ 'ਤੇ ਜਿਹੜਾ ਡਾਇਰੈਕਟ ਅਸਰ ਛੱਡਦੀਆਂ ਨੇ। ਬਿਲਕੁਲ ਜੀ। ਇਹ ਆਰਟਿਸਟ ਹੈ ਜਦੋਂ ਚਿੱਤਰਕਾਰੀ ਦੇ ਖੇਤਰ ਵਿੱਚ ਉਹ ਆਪਣੇ ਚਿੱਤਰ ਬਣਾਉਂਦੇ ਆ ਤਾਂ ਅਲੱਗ-ਅਲੱਗ ਮਤਲਬ ਉਹਦੀਆਂ ਕੈਟਾਗਰੀਜ਼ ਹੁੰਦੀਆਂ ਨੇ। ਤਾਂ ਕੋਈ ਕਿਸ ਤਰ੍ਹਾਂ ਦਾ ਉਹਦਾ ਮਨ ਕਿਸ ਤਰ੍ਹਾਂ ਦਾ, ਉਹ ਆਪਣੇ ਭਾਵ ਪੇਂਟਿੰਗ ਦੇ ਉੱਪਰ ਚਿੱਤਰਦਾ, ਔਰ ਫਿਰ ਉਸੇ ਤਰ੍ਹਾਂ ਸਮਾਜ ਨੂੰ ਉਹਦੀ ਸੇਧ ਮਿਲਦੀ ਹੈ ਜੀ। ਖੁਸ਼ੀ ਤੇ ਗਮੀ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ ਇੱਕ ਕਲਾਕਾਰ ਵਾਸਤੇ ਕਿੰਨਾ ਇਫੈਕਟ ਕਰਦਾ ਹੈ ਉਸਦੇ ਕੰਮ ਤੇ, ਉਸਦੇ ਕਿੱਤੇ ਤੇ? ਮਤਲਬ ਇੱਕ ਕਲਾਕਾਰ ਵਾਸਤੇ ਖੁਸ਼ੀ ਤੇ ਗਮੀ ਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਸਾਂਝ ਉਹ ਇੱਕੋ ਜਿਹੀ ਹੁੰਦੀ ਹੈ, ਮਤਲਬ ਕੋਈ ਫਰਕ ਨਹੀਂ, ਕੋਈ ਜ਼ਿਆਦਾ ਨਹੀਂ। ਉਹ ਹਰ ਇੱਕ ਚੀਜ਼ ਨੂੰ ਜਿਹੜਾ ਕਲਾਕਾਰ ਹੈ ਉਹ ਮਹਿਸੂਸ ਕਰ ਸਕਦਾ ਔਰ ਮਾਣ ਸਕਦਾ ਹੈ। ਮੇਰੇ ਖਿਆਲ 'ਚ ਬਰਾਬਰਤਾ ਹੀ ਆਪਾਂ ਕਹਿ ਸਕਦੇ ਹਾਂ, ਮਤਲਬ ਕਿ ਇੱਕ ਬੈਲੈਂਸ ਰੱਖਣਾ। ਹਾਂਜੀ ਹਾਂਜੀ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਗੁਰਮੀਤ ਸਿੰਘ ਜੀ ਹੁਣਾਂ ਦੇ ਪ੍ਰੋਫੈਸ਼ਨ ਬਾਰੇ। ਕਿੱਤੇ ਵਿੱਚ ਇਹ ਅਧਿਆਪਕ ਨੇ, ਟੀਚ ਕਰਦੇ ਨੇ, ਸੋ ਉੱਥੋਂ ਦਾ ਟਾਈਮ ਪੀਰੀਅਡ ਬੱਚਿਆਂ ਨੂੰ ਸਮਝਾਉਣਾ ਜਾਂ ਕਿ ਜਦੋਂ ਉੱਥੋਂ ਟਾਈਮ ਲੱਗਾ ਤਾਂ ਆਪਣੇ ਲਈ ਜਿਉਣਾ ਕਿੰਨਾ ਕੁ ਬੰਦੇ ਨੂੰ ਆਪਣੀਆਂ ਇੱਛਾਵਾਂ ਨੂੰ ਜਿਉਂਦਾ ਰੱਖਣ ਲਈ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਤਾਂ ਮਤਲਬ ਇਹ ਬੈਲੈਂਸ ਹੋਣਾ ਚਾਹੀਦਾ ਕਿ ਆਪਣੀ ਜਿਹੜੀ ਆਰਥਿਕ ਤੌਰ 'ਤੇ ਜਿਹੜੀ ਸਥਿਤੀ ਆ ਬਹੁਤ ਸੋਹਣੀ ਹੋਣੀ ਚਾਹੀਦੀ ਹੈ, ਚੰਗੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਆਪਣੀ ਆਰਥਿਕ ਸਥਿਤੀ ਸਹੀ ਹੈ ਤਾਂ ਹੀ ਆਪਾਂ ਅੱਛੀ ਇੱਕ ਕੋਈ ਕਲਾ ਦੀ ਜਿਹੜੀ ਹੈ ਤਿਆਰ ਕਰ ਸਕਦੇ ਹਾਂ, ਚਿੱਤਰਕਾਰੀ। ਹਾਂਜੀ, ਉਹਦੀ ਬੁਨਿਆਦ ਤਿਆਰ ਕਰ ਸਕਦੇ ਹਾਂ। ਬਹੁਤ ਜ਼ਰੂਰੀ ਹੈ। ਇਸੇ ਲਈ ਮੈਂ ਫਿਰ ਚਿੱਤਰਕਾਰੀ ਦੇ ਖੇਤਰ ਤੋਂ ਇਲਾਵਾ ਮੈਂ ਮਤਲਬ ਐਜ਼ ਏ ਡਰਾਇੰਗ ਟੀਚਰ ਸਕੂਲ ਦੇ ਵਿੱਚ ਕੰਮ ਕਰ ਰਿਹਾ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਣੇ ਜਿਹੜਾ ਸ਼ੌਂਕ ਹੈ ਇਹਨੂੰ ਆਪਾਂ ਅੱਗੇ ਹੋਰ ਲਿਜਾ ਰਹੇ ਹਾਂਗੇ। ਜਿੰਨਾ ਵੀ ਜ਼ਿਆਦਾ ਸਿੱਖਿਆ ਜਾ ਰਿਹਾ ਉਹਨੂੰ ਸਿੱਖ ਰਹੇ ਹਾਂ ਜੀ। ਸੋ ਇੱਕ ਜਿਹੜਾ ਡਰਾਇੰਗ ਟੀਚਰ ਹੈ, ਇੱਕ ਅਧਿਆਪਕ, ਸਕੂਲ ਦੇ ਵਿੱਚ ਇੱਕ ਅਧਿਆਪਕ ਹੈ, ਪਰ ਘਰ ਦੇ ਵਿੱਚ ਉਹਦਾ ਆਪਣਾ ਜਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਆਪਣਾ ਹੀ ਉਹ ਆਪਦਾ ਇੱਕ ਸਰਤਾਜ ਹੈ, ਗੁਰੂ ਹੈ।
ਸੋ ਕਈ ਵਾਰ ਲੱਗਦਾ ਹੈ ਕਿ ਬੱਚੇ ਜਿਹੜੇ ਤੁਹਾਡੇ ਕੋਲ ਸਿੱਖਣ ਆਉਂਦੇ ਨੇ ਹਾਂਜੀ। ਉਹਨਾਂ ਕੋਲ ਕੁਝ ਇਹੋ ਜਿਹਾ ਗੁਣ ਹੁੰਦਾ ਹੈ, ਉਹਨਾਂ ਨੂੰ ਸਿਖਾਉਂਦਿਆਂ ਤੁਹਾਨੂੰ ਵੀ ਕੁਝ ਇਹੋ ਜਿਹੀ ਚੀਜ਼ ਲੱਗਦੀ ਹੈ ਕਿ ਨਹੀਂ ਮੈਨੂੰ ਵੀ ਆਪਣੀਆਂ ਚੀਜ਼ਾਂ ਦੇ ਵਿੱਚ, ਆਪਣੀ ਕਲਾਕਾਰੀ ਦੇ ਵਿੱਚ ਕੁਝ ਇਦਾਂ ਦਾ ਉਚਰਨਾ ਚਾਹੀਦਾ ਹੈ, ਲਿਖਣਾ ਚਾਹੀਦਾ ਜਾਂ ਕਰਨਾ ਚਾਹੀਦਾ ਹੈ? ਬਿਲਕੁਲ ਇਸ ਤਰ੍ਹਾਂ ਹੋ ਜਾਂਦਾ ਹੁੰਦਾ ਮੋਸਟਲੀ, ਜ਼ਿਆਦਾ ਮੇਰੇ ਨਾਲ ਤਾਂ ਕਾਫੀ ਹੋਇਆ ਕਿ ਜਿਹੜੇ ਬੱਚੇ ਜਿਵੇਂ ਕਹਿ ਦਈਏ ਮਨ ਦੇ ਬਹੁਤ ਸੱਚੇ ਹੁੰਦੇ ਆ, ਉਹਨਾਂ ਤੋਂ ਆਪਣੇ ਕਲਮ ਦੇ ਜਾਂ ਬਰਸ਼ ਦੇ ਨਾਲ ਜਾਂ ਫਿਰ ਪੈਨਸਲ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਦੀ ਚੀਜ਼ ਮਤਲਬ ਉਹ ਉਕਾਰ ਦਿੰਦੇ ਆ ਕਾਗਜ਼ 'ਤੇ, ਜਿਹਦਾ ਮਤਲਬ ਸਾਨੂੰ ਜ਼ਿਆਦਾ ਪਤਾ ਲੱਗ ਜਾਂਦਾ, ਬੱਚੇ ਨੂੰ ਨਹੀਂ ਪਤਾ ਹੁੰਦਾ। ਤਾਂ ਅਸੀਂ ਉੱਥੋਂ ਉਹਨਾਂ ਤੋਂ ਵੀ ਸਿੱਖਦੇ ਹਾਂ ਬਈ ਹਾਂ ਉਹਨੂੰ ਨਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਕਿੰਨਾ ਅੱਛਾ ਬਣਾਤਾ, ਤੇ ਅਸੀਂ ਉਦੋਂ ਸੇਧ ਲੈ ਲੈਂਦੇ ਹੁੰਦੇ ਕਈ ਵਾਰੀ ਜੀ। ਹਾਂਜੀ। ਨਾਲ ਦੇ ਨਾਲ ਗੁਰਮੀਤ ਸਿੰਘ ਜੀ ਦੇ ਪਰਿਵਾਰ ਬਾਰੇ ਗੱਲ ਕਰਦੇ ਹਾਂ, ਇਹਨਾਂ ਦੇ ਪਿਛੋਕੜ ਬਾਰੇ, ਕਿਉਂਕਿ ਕਿਸੇ ਵੀ ਇਨਸਾਨ ਨੂੰ ਜਾਣਨ ਲਈ ਉਹਦਾ ਪਿਛੋਕੜ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹਾਂਜੀ, ਪਿਛੋਕੜ ਦੇ ਵਿੱਚ ਪਿੰਡ ਮੇਰਾ ਬਟਰੁੱਖਾਂ ਹੈ ਜੀ। ਬਟਰੁੱਖਾਂ? ਹਾਂਜੀ, ਸੰਗਰੂਰ ਦੇ ਲਾਗੇ ਬਟਰੁੱਖਾਂ ਪਿੰਡ ਦਾ ਜੰਬਲ ਹਾਂ ਜੀ। ਔਰ ਮੇਰੇ ਮਾਤਾ ਜੀ ਤੇ ਪਿਤਾ ਜੀ ਔਰ 3 ਭੈਣਾਂ ਦਾ ਮੈਂ ਇਕੱਲਾ ਭਰਾ ਹਾਂ, ਤੇ ਅਸੀਂ ਇੱਕ ਫੈਮਿਲੀ ਦੇ ਵਿੱਚ ਰਹਿ ਰਹੇ ਹਾਂ। ਤੇ ਮੇਰੇ ਇੱਕ ਵਾਈਫ ਹਨ, 2 ਮੇਰੇ ਬੱਚੇ ਹਨ, ਤੋਂ ਇੱਕ ਅੱਛੀ ਤਰ੍ਹਾਂ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਪਿੰਡ ਬਟਰੁੱਖਾਂ ਦੇ ਵਿੱਚ ਰਹਿ ਕੇ। ਵੈਸੇ ਵੀ ਤੁਹਾਡੀ ਕਲਾ ਦੇ ਨਾਲ ਨਾਲ ਜਿਹੜਾ ਤੁਹਾਡੇ ਚਿਹਰੇ ਤੇ ਇੱਕ ਸ਼ਾਂਤਮਈ ਉਹ ਹਾਵ ਭਾਵ ਹੈ ਨਾ, ਉਹ ਦੇਖ ਕੇ ਲੱਗਦਾ ਕਿ ਬੰਦਾ ਆਪਣੀ ਜ਼ਿੰਦਗੀ ਤੋਂ ਸਕੂਨ 'ਚ ਹੈ, ਸੰਤੁਸ਼ਟ ਹੈ। ਠਰਮੇ ਨਾਲ ਬੋਲਣਾ, ਸਹਿ ਸੁਭਾਏ 'ਚ ਗੱਲ ਕਰਨਾ, ਤੇ ਉਹ ਅੱਖਾਂ ਦੇ ਵਿੱਚ ਔਰ ਇੱਕ ਉਹ ਜਿਹੜੀ ਚਿਹਰੇ ਤੇ ਵੀ ਇੱਕ ਰੂਹਾਨੀਅਤ ਨਜ਼ਰ ਆਉਂਦੀ ਹੈ ਕਿ ਬੰਦਾ ਵਾਕਈ ਕੁਝ ਵੀ ਕਰਦਾ ਹੋਵੇ ਆਪਣੀ ਔਰ ਆਪਣੇ ਪਰਿਵਾਰ ਤੋਂ ਜਿਹੜਾ ਸੰਤੁਸ਼ਟ ਹੋਣਾ ਚਾਹੀਦਾ, ਸਕੂਨ ਹੋਣਾ ਚਾਹੀਦਾ ਉਹਨੂੰ ਆਪਣੇ ਕੰਮ ਕੀਤੇ ਦੇ ਨਾਲ। ਇਸ ਤੋਂ ਇਲਾਵਾ ਕੋਈ ਹੋਰ ਸ਼ੌਂਕ ਹੈ ਪੇਂਟਿੰਗਸ ਤੋਂ ਇਲਾਵਾ? ਨਹੀਂ, ਬਸ ਪੇਂਟਿੰਗ ਤੋਂ ਇਲਾਵਾ ਜ਼ਿਆਦਾ ਕੁਝ ਪੜ੍ਹਦੇ ਹਾਂ, ਜਿਹੜੇ ਹੈਗੇ ਰਾਈਟਰ ਹੈਗੇ ਉਹਨਾਂ ਨੂੰ ਮੈਂ ਪੜ੍ਹ ਕੇ ਵੀ ਬਹੁਤ ਸਕੂਨ ਮਿਲਦਾ। ਪੇਂਟਿੰਗ ਦੇ ਨਾਲ ਨਾਲ ਜਦੋਂ ਫ੍ਰੀ ਹੁੰਦੇ ਹਾਂ ਉਦੋਂ ਫਿਰ ਇਹਨਾਂ ਨੂੰ ਅਸੀਂ ਕਵਿਤਾਵਾਂ ਕਿਸੇ ਦੀਆਂ ਹੈ ਅੱਛੀਆਂ ਉਹਨਾਂ ਨੂੰ ਪੜ੍ਹਦੇ ਹਾਂ। ਲਿਖਣ ਦਾ ਵੀ ਮੈਂ ਸ਼ੌਂਕ ਰੱਖਦਾ, ਕਵਿਤਾਵਾਂ ਫ੍ਰੀ ਟਾਈਮ ਦੇ ਵਿੱਚ ਕੁਝ ਲਿਖ ਵੀ ਲਈਦਾ। ਇਹ ਮੇਰੇ ਖਿਆਲ 'ਚ ਨੇਚਰਲੀ ਹੈ, ਕੁਦਰਤੀ। ਬਈ ਜੇ ਕੋਈ ਆਰਟਿਸਟ ਹੈ ਪੇਂਟਿੰਗ ਬਣਾਉਂਦਾ, ਉਹਨੂੰ ਨਾਲ ਸੰਗੀਤ ਦਾ ਔਰ ਲਿਖਣ ਦਾ ਸ਼ੌਂਕ ਮੋਸਟਲੀ ਪੈ ਹੀ ਜਾਂਦਾ ਜੀ। ਇਹ ਕੋਈ ਆਪਸ 'ਚ ਤਿੰਨੋਂ ਚੀਜ਼ਾਂ ਟੱਚ ਹੈ ਕਿਤੇ ਨਾ ਕਿਤੇ। ਬਿਲਕੁਲ, ਜ਼ਿਆਦਾਤਰ ਇਸ ਤਰ੍ਹਾਂ ਹੋ ਜਾਂਦਾ। ਤੇ ਪੇਂਟਿੰਗਸ ਦੇ ਵਿੱਚ ਚਿੱਤਰਕਾਰੀ ਦੀ ਜੇ ਮੈਂ ਗੱਲ ਕਰਾਂ ਤੇ ਵੈਰਾਈਟੀ ਤੁਸੀਂ ਦੱਸਿਆ ਬਹੁਤ ਸਾਰੀ ਹੈ। ਕਿੰਨੇ ਕੁ ਚਿੱਤਰ ਹੁਣ ਤੱਕ ਤੁਸੀਂ ਬਣਾ ਚੁੱਕੇ ਹੋ? ਕਾਫੀ ਅਲੱਗ-ਅਲੱਗ ਕੈਟਾਗਰੀ ਦੇ ਅਕੋਰਡਿੰਗ ਮੈਂ ਮਤਲਬ ਧਾਰਮਿਕ ਪੱਖ ਦੇ ਹਿਸਾਬ ਦੇ ਨਾਲ ਜਾਂ ਸੱਭਿਆਚਾਰਕ ਤੇ ਜਾਂ ਫਿਰ ਹੋਰ ਪੋਰਟਰੇਟਸ ਵਗੈਰਾ ਕਿਸੇ ਦੇ, ਤਾਂ ਹੁਣ ਤੱਕ ਮੈਂ 2000 ਦੇ ਕਰੀਬ ਚਿੱਤਰ ਜਾਣੀ ਕਿ ਬਣਾ ਚੁੱਕਿਆ ਜੀ। ਠੀਕ ਹੈ ਜੀ। ਹਾਂਜੀ ਹਾਂ। ਤੇ ਕੋਈ ਸਪੈਸ਼ਲ ਬਣਾਉਣ ਵਾਸਤੇ ਆਵੇ ਕਿ ਉਹ ਮੇਰੀ ਸ਼ਕਲ ਜਿਹੜੀ ਇੱਕ ਕੈਨਵਸ ਤੇ ਉਤਾਰਨੀ ਹੈ? ਹਾਂਜੀ, ਉਸ ਤਰ੍ਹਾਂ ਦਾ ਵੀ ਵਰਕ ਆਪਣੇ ਕੋਲ ਮਾਰਕੀਟ ਦੇ ਵਿੱਚੋਂ ਵੀ ਆਉਂਦਾ ਰਹਿੰਦਾ ਕਿ ਕੋਈ ਕਹਿੰਦਾ ਕਿ ਸਾਡੀ ਹੂਬਹੂ ਪੇਂਟਿੰਗ ਬਣਾ ਦਿਓ, ਤਾਂ ਅਸੀਂ ਉਸ ਤਰ੍ਹਾਂ ਦੇ ਵੀ ਆਰਡਰ 'ਤੇ ਕੰਮ ਕਰਦੇ ਰਹਿੰਦੇ ਹਾਂ ਜੀ। ਉਹ ਵੀ ਕੰਮ ਆਉਂਦਾ ਰਹਿੰਦਾ ਆਪਣੇ ਕੋਲ। ਤੇ ਭਾਜੀ ਇੱਕ ਪੇਂਟਿੰਗ ਨੂੰ ਬਣਾਉਣ ਲਈ ਹਾਂਜੀ ਕਿੰਨਾ ਸਮਾਂ ਲੱਗਦਾ ਹੈ? ਮਤਲਬ ਉਹ ਪੇਂਟਿੰਗ ਦੇ ਜਿਹੜੇ ਫੋਟੋ ਦਾ ਇੱਕ ਜਿਹੜਾ ਚਿੱਤਰਕਾਰੀਆਂ ਕਲਾਕਾਰ ਇੱਕ ਫੋਟੋ ਦਾ, ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹ ਰਹੀ, ਉਹਦੇ ਹਿਸਾਬ ਦੇ ਨਾਲ ਟਾਈਮ ਹੁੰਦਾ ਜਾਂ ਤੁਸੀਂ ਤੁਹਾਨੂੰ ਲੱਗਦਾ ਹੁੰਦਾ ਕਿ ਇੱਕ ਫੋਟੋ ਬਣਾਉਣੀ ਹੈ, ਕੋਈ ਉਹ 'ਚ ਸਮਾਂ ਦਾ ਕੋਈ ਬੰਦਿਸ਼ ਨਹੀਂ ਹੈਗੀ, ਜਦੋਂ ਟਾਈਮ ਲੱਗਾ? ਨਹੀਂ, ਬਿਲਕੁਲ ਇਹਦੇ ਵਿੱਚ ਇਹ ਚੀਜ਼ 'ਤੇ ਡਿਪੈਂਡ ਤਾਂ ਹੈ ਪੇਂਟਿੰਗ। ਬਈ ਜੇ ਤਾਂ ਜ਼ਿਆਦਾ ਵਰਕ ਹੈ ਪੇਂਟਿੰਗ ਦੇ ਵਿੱਚ, ਬਹੁਤ ਔਖਾ ਬਰੀਕੀ ਵਰਕ ਹੈ, ਫਿਰ ਟਾਈਮ ਜ਼ਿਆਦਾ ਚੱਲ ਜਾਂਦਾ। ਅਤੇ ਜੇ ਆਸਾਨੀ ਹੈ, ਕੋਈ ਆਪਾਂ ਘੱਟ ਵਰਕ ਹੈ, ਤਾਂ ਉਹਦੇ ਟਾਈਮ ਫਿਰ ਬਹੁਤ ਘੱਟ ਲੱਗਦਾ। ਅਤੇ ਜੇ ਆਪਾਂ ਸੋਚ ਕੇ ਬਣਾਉਣੀ ਆ ਇਮੈਜੀਨੇਸ਼ਨ ਪੇਂਟਿੰਗ, ਮਤਲਬ ਆਪਣੀ ਸੋਚ ਨੂੰ ਕੈਨਵਸ ਦੇ ਉੱਪਰ ਉਤਾਰਨਾ, ਔਰ ਫਿਰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਸਾਲ ਦੇ ਹਿਸਾਬ ਨਾਲ ਵੀ ਲੱਗ ਜਾਂਦਾ ਜੀ, 1 ਸਾਲ ਵੀ ਲੱਗ ਜਾਂਦਾ। ਕੋਈ ਇਹੋ ਜਿਹੀ ਪੇਂਟਿੰਗ ਜਿਹਨੂੰ ਸਭ ਤੋਂ ਘੱਟ ਟਾਈਮ ਲੱਗਾ ਹੋਵੇ, ਤੇ ਕੋਈ ਇਹੋ ਜਿਹੀ ਪੇਂਟਿੰਗ ਜਿਹਨੂੰ ਜਿੱਦਾਂ ਤੁਸੀਂ ਦੱਸਿਆ ਕਿ ਸਾਲ ਲੱਗ ਗਿਆ, ਜਾਂ ਇਹੋ ਜਿਹੀ ਕੋਈ ਪੇਂਟਿੰਗ ਜਿਹੜੀ ਬੜੇ ਲੰਬੇ ਸਮੇਂ ਤੋਂ ਹਜੇ ਪੈਂਡਿੰਗ ਹੀ ਪਈ ਹੈ ਪਰ ਉਹਦਾ ਹਜੇ ਜਿਹੜਾ ਹੈ ਮਤਲਬ ਕਿ ਐਂਡ ਨਹੀਂ ਹੋਇਆ? ਬਿਲਕੁਲ, ਇਹ ਤੁਹਾਡਾ ਅੱਛਾ ਸਵਾਲ ਹੈ। ਬਈ ਜਲਦੀ ਪੇਂਟਿੰਗ ਤਾਂ ਜ਼ਿਆਦਾ ਜਿਹੜੇ ਪੋਰਟਰੇਟ ਆਉਂਦੇ ਆ, ਕਿਸੇ ਹੂਬਹੂ ਆਪਣਾ ਚਿੱਤਰ ਬਣਵਾਉਂਦੇ ਆ, ਜਿਹਨੂੰ ਅਸੀਂ ਪੋਰਟਰੇਟ ਕਹਿੰਦੇ ਹਾਂ ਪੇਂਟਿੰਗ ਲਾਈਨ ਦੇ ਵਿੱਚ, ਬਈ ਉਹਦੇ 'ਤੇ ਅਸੀਂ 1 ਦਿਨ ਦੇ ਵਿੱਚ ਵੀ 2 ਦਿਨਾਂ 'ਚ ਪੋਰਟਰੇਟ ਖ਼ਤਮ ਕਰ ਦਿੰਦੇ ਹਾਂ। ਪਰ ਕੁਛ ਕੁ ਜਿਵੇਂ ਹੁਣ ਮੇਰੇ ਕੋਲ ਇੱਕ ਇਮੈਜੀਨੇਸ਼ਨ ਪੇਂਟਿੰਗਸ ਆਈ ਸੀ, ਮਤਲਬ ਬਾਬਾ ਮੋਹਨ ਸਿੰਘ ਜੀ ਪਿੰਡ ਕਲਾਂ ਤੋਂ ਨੇ, ਉਹਨਾਂ ਨੇ ਬਣਵਾਈ ਸੀ ਕਿ ਗੁਰੂ ਸਾਹਿਬ ਦਾ ਇਸ ਤਰ੍ਹਾਂ ਚਿੱਤਰ ਬਣਾਉਣੇ ਆ ਬਈ
ਜਿਹੜਾ ਕਿਤੇ ਨਾ ਹੋਵੇ ਔਰ ਵਾਈਟ ਬੈਕਗਰਾਉਂਡ ਦੇ ਵਿੱਚ ਹੋਵੇ। ਅੱਛਾ ਜੀ, ਵਾਈਟ ਬੈਕਗ੍ਰਾਉਂਡ। ਵਾਈਟ ਹੀ ਬੈਕਗਰਾਉਂਡ, ਵਾਈਟ ਹੀ ਮਤਲਬ ਪਿਕਚਰ ਵੀ ਵਾਈਟ, ਫਿਗਰ ਵੀ ਵਾਈਟ, ਬੈਕਗਰਾਉਂਡ ਵੀ ਸਾਰਾ ਕੁਝ ਵਾਈਟ ਹੋਵੇ। ਤੇ ਉਹ ਬੜਾ ਮੁਸ਼ਕਿਲ ਸਾਡੇ ਲਈ ਸੀਗਾ ਸਮਾਂ ਤਾਂ ਮੈਂ ਆਪਣੇ ਉਸਤਾਦ ਜੀ ਦੀ ਮਦਦ ਦੇ ਨਾਲ ਉਹ ਫਿਰ ਸਾਨੂੰ ਬਣਾਇਆ। ਪਰ ਉਹ ਬਹੁਤ ਮੁਸ਼ਕਿਲ ਸੀਗਾ। ਮੇਰਾ ਜਿਹੜਾ ਪੇਂਟਿੰਗ ਦੇ ਵਿੱਚ ਮੈਨੂੰ ਲੱਗਿਆ ਕਿ ਇਹ ਬਹੁਤ ਮੁਸ਼ਕਿਲ ਕੰਮ ਸੀਗਾ। ਪਰ ਉਹ 'ਚੋਂ ਸਿੱਖਣ ਨੂੰ ਵੀ ਬਹੁਤ ਜ਼ਿਆਦਾ ਉਹਨੂੰ ਸਿੱਖਣ ਨੂੰ ਸਾਨੂੰ ਸਾਰਾ ਕੁਝ ਕਰਨ ਨੂੰ ਮਿਲਿਆ। ਹਾਂਜੀ ਹਾਂ, ਉਹ ਬਹੁਤ ਵਧੀਆ ਰਿਹਾ ਸਾਡੇ ਲਈ ਜਿਹੜਾ ਸੀਗਾ ਬਣਾਇਆ ਸਰੂਪ, ਬੜਾ ਚੰਗਾ ਸੀਗਾ ਜੀ। ਤੇ ਸਟਰਗਲ ਦੀ ਗੱਲ ਕਰਦੇ ਹਾਂ, ਹਰ ਕੰਮ ਨੂੰ ਜਿਉਂਦਾ ਰੱਖਣ ਲਈ, ਕਰਨ ਲਈ ਸਮਾਂ ਹੁੰਦਾ ਹੈ, ਲਾਉਣਾ ਪੈਂਦਾ ਹੈ, ਕੱਢਣਾ ਪੈਂਦਾ ਹੈ। ਤੇ ਨਾਲ ਦੀ ਨਾਲ ਤੁਹਾਡੀ ਸਟਰਗਲ ਬਹੁਤ ਜ਼ਰੂਰੀ ਹੈ। ਤੁਹਾਡਾ ਪਰਿਵਾਰ ਦਾ ਕਿੰਨਾ ਯੋਗਦਾਨ ਰਹਿੰਦਾ ਹੈ? ਪਰਿਵਾਰ ਦਾ ਇਸ ਤਰ੍ਹਾਂ ਸੀਗਾ, ਸ਼ੁਰੂ ਤੋਂ ਹੀ ਜਿਹੜੀ ਆਪਣਾ ਸੀਗਾ ਮਾਹੌਲ, ਆਰਥਿਕ ਮਾਹੌਲ ਮੋਸਟਲੀ ਪਿੰਡਾਂ ਦੇ ਕਰਕੇ ਸਾਡਾ ਨੋਰਮਲੀ ਹੁੰਦਾ, ਇਸ ਕਰਕੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਤਾਂ ਮੈਂ ਆਪਣੇ ਸੰਘਰਸ਼ ਤੋਂ ਇਹੀ ਮਤਲਬ ਕਹਿਣਾ ਚਾਹਾਂਗਾ ਕਿ ਸੰਘਰਸ਼ਮਈ ਹੀ ਆਨੰਦਮਈ ਹੈ ਜੀ। ਜੇ ਸੰਘਰਸ਼ ਨਹੀਂ ਹੈਗਾ ਤਾਂ ਆਪਾਂ ਜੀਵਨ ਦਾ ਆਨੰਦ ਵੀ ਨਹੀਂ ਮਾਣ ਸਕਦੇ। ਤਾਂ ਮੈਨੂੰ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਪਤਾ ਹੀ ਨਹੀਂ ਚੱਲਿਆ ਸੰਘਰਸ਼ ਦੇ ਵਿੱਚ ਵੀ ਕਿਸ ਤਰ੍ਹਾਂ ਆਪਣੀ ਜਿਹੜੀ ਉਮਰ ਹੈ ਇਸ ਲੰਘਦੀ ਗਈ। ਤਾਂ ਮੈਨੂੰ ਬੜਾ ਚੰਗਾ ਲੱਗਿਆ ਜੀ। ਜੀ ਹਾਂਜੀ। ਛੋਟੀ ਜਿਹੀ ਉਮਰ ਦੇ ਵਿੱਚ ਲੰਬੀਆਂ ਸੋਚਾਂ, ਲੰਬੀਆਂ ਪੁਲਾਂਘਾਂ ਪੱਟਦੇ ਰਹੇ ਨੇ ਇਹ ਕਲਾਕਾਰ, ਇਹ ਅਦਾਕਾਰ ਤੇ ਇਹ ਚਿੱਤਰਕਾਰ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਲੇਕਿਨ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡੇ ਰੂਬਰੂ ਹਾਂ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ। ਔਰ ਸ਼ਖਸੀਅਤਾਂ ਆਪਣੇ ਆਪਣੇ ਰੰਗ ਬਿਖੇਰਤੀਆਂ ਨੇ, ਆਪਣੀ ਆਪਣੀ ਕਲਾ ਦੇ ਨਾਲ, ਆਪਣੇ ਆਪਣੇ ਹੁਨਰ ਦੇ ਨਾਲ, ਆਪਣੀ ਸੋਚ ਦੇ ਨਾਲ। ਤੇ ਹਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕੁਝ ਵੱਖਰਾ ਹੁਨਰ, ਕੁਝ ਵੱਖਰੀ ਸ਼ਖਸੀਅਤ ਆਪਣੇ ਹੁਨਰ ਨੂੰ ਪੇਸ਼ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਲਿਆਂਦੀ ਜਾਵੇ, ਤਾਂ ਕਿ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਪਸੰਦ ਕਰੋ ਤੇ ਕੁਝ ਨਵਾਂ ਸਿੱਖਣ ਤੇ ਸੋਚਣ ਦੀ ਕੋਸ਼ਿਸ਼ ਕਰੋ। ਗੁਰਮੀਤ ਜੀ ਦੇ ਨਾਲ ਗੱਲ ਹੋ ਰਹੀ ਹੈ ਕਲਾ ਬਾਰੇ, ਉਹਨਾਂ ਦੀ ਜਿਹੜੀ ਹੈ ਚਿੱਤਰਕਾਰੀ ਬਾਰੇ, ਪੇਂਟਿੰਗਸ ਬਾਰੇ। ਇੱਕ ਵਾਰ ਫਿਰ ਤੋਂ ਸਵਾਲ ਕਰਦੇ ਹਾਂ ਤੁਹਾਡੇ ਪਰਿਵਾਰ ਦੇ ਬਾਰੇ। ਪਰਿਵਾਰ ਦੇ ਵਿੱਚ ਤੁਸੀਂ ਦੱਸਿਆ ਕਿ ਕੌਣ ਕੌਣ ਹੈ, ਸਟਰਗਲ ਦੀ ਗੱਲ ਦੱਸੀ ਹੈ, ਲੇਕਿਨ ਕੋਈ ਵੀ ਕਹਿੰਦੇ ਨੇ ਕਿ ਬੰਦਾ ਛੋਟੇ ਹੋਇਆਂ ਤੋਂ ਕੁਝ ਆਪਾਂ ਕਈ ਵਾਰ ਹੋਰ ਸੋਚਦੇ ਹੁੰਦੇ ਹਾਂ, ਆਪਣੇ ਪੇਰੈਂਟਸ ਕੁਝ ਹੋਰ ਬਣਾਉਣਾ ਚਾਹੁੰਦੇ ਹੁੰਦੇ, ਲੇਕਿਨ ਵੱਡੇ ਜਦੋਂ ਆਪਾਂ ਹੁੰਦੇ ਹਾਂ ਤਾਂ ਆਪਣੀ ਸੋਚ ਬਦਲ ਜਾਂਦੀ ਹੈ। ਸੋ ਤੁਹਾਡੀ ਜ਼ਿੰਦਗੀ 'ਚ ਕੁਝ ਇੱਦਾਂ ਹੋਇਆ? ਬਿਲਕੁਲ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਜੀ, ਕਿਉਂਕਿ ਸਟਾਰਟਿੰਗ ਦੇ ਵਿੱਚ ਮੈਂ ਤਾਂ ਇੱਦਾਂ ਨਹੀਂ ਸੋਚਿਆ ਸੀਗਾ ਬਈ ਮੈਂ ਪੇਂਟਿੰਗ ਲਾਈਨ ਦੇ ਵਿੱਚ ਆਵਾਂਗਾ। ਸਟਾਰਟਿੰਗ ਦੇ ਵਿੱਚ ਸਟੱਡੀ 10th ਕਲਾਸ ਤੱਕ ਪਿੰਡ ਦੇ ਸਕੂਲ ਮਾਤਾ ਰਾਜ ਕੌਰ ਸਰਕਾਰੀ ਹਾਈ ਸਕੂਲ ਬਟਰੁੱਖਾਂ ਦੇ ਵਿੱਚ ਹੀ ਕੀਤੀ। ਉਸ ਤੋਂ ਬਾਅਦ ਪਲਾਨਿੰਗ ਕੋਈ ਨਹੀਂ ਸੀ ਕਿ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦੀ ਆਪਾਂ ਪਹਿਲਾਂ ਹੀ ਪਲਾਨਿੰਗ ਕਰ ਦਿੰਦੇ ਹਾਂ ਕਿ ਇਹਨੂੰ ਇਸ ਤਰੀਕੇ ਇਸ ਖੇਤਰ ਵਿੱਚ ਜਾਏਗਾ, ਇਸ ਖੇਤਰ ਵਿੱਚ ਜਾਏਗਾ। ਉਸ ਤਰ੍ਹਾਂ ਦਾ ਮੈਂ 10th ਤੋਂ ਬਾਅਦ ਆਪਣੇ ਆਪ ਹੀ ਸਿਲੈਕਟ ਕਰ ਰਿਹਾ ਸੀਗਾ ਵੀ ਕੀ ਕਰਿਆ ਜਾਵੇ। +1 ਦੇ ਵਿੱਚ ਗੁਰਸਾਗਰ ਮਸਤਵਾਨਾ ਸਾਹਿਬ ਵਿਖੇ ਡਿਗਰੀ ਕਾਲਜ ਹੈ ਜੀ, ਉੱਥੇ ਐਡਮਿਸ਼ਨ ਹੋਈ। ਅਤੇ ਉੱਥੇ ਫਿਰ ਮੈਂ ਕੁਛ ਚਿੱਤਰ ਬਣਾਏ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ, ਜਿਸ ਤਰ੍ਹਾਂ ਆਪਾਂ ਆਮ ਹੀ ਦੇਖਦੇ ਹਾਂ ਲੱਗੇ ਹੁੰਦੇ ਆ ਜੀ, ਉਹ ਦੇਖ ਕੇ ਫਿਰ ਮੇਰੇ ਮਨ ਦੇ ਵਿੱਚ ਬਹੁਤ ਇਸ ਤਰ੍ਹਾਂ ਸ਼ੁਰੂ ਹੋਇਆ ਵੀ ਇਹ ਕਿਸ ਤਰ੍ਹਾਂ ਬਣ ਜਾਂਦੇ ਆ। ਉਹ ਟੱਚ ਮੇਰੇ ਅੰਦਰ ਤੱਕ ਮਤਲਬ ਮੈਨੂੰ ਲੱਗਿਆ, ਦਿਲ ਤੱਕ। ਔਰ ਫਿਰ ਮੈਂ ਕੋਈ ਮਤਲਬ ਆਪਣੇ ਜਿਹੇ ਉਸਤਾਦ ਜੀ ਲੱਭਣ ਦੀ ਕੋਸ਼ਿਸ਼ ਕੀਤੀ। ਅਤੇ ਫਿਰ ਹੌਲੀ ਹੌਲੀ ਸੰਗਰੂਰ ਸਾਡੇ ਚਿੱਤਰਕਾਰ ਸੀਗੇ ਗੁਰਚੇਤ ਚਿੱਤਰਕਾਰ ਜੀ, ਉਹਨਾਂ ਨਾਲ ਰਾਬਤਾ ਹੋਇਆ। ਔਰ ਉਹਨਾਂ ਕੋਲੇ ਮੈਂ ਥੋੜ੍ਹਾ ਟਾਈਮ ਰਹਿ ਕੇ ਚਿੱਤਰਕਾਰੀ ਦੇ ਬਾਰੇ ਨੌਲੇਜ ਲੈਤੀ। ਔਰ ਉਹਨਾਂ ਦਾ ਵੀ ਸੰਘਰਸ਼ ਅੱਗੇ ਫਿਰ ਨਾਟਕ ਦੇ ਵਿੱਚ ਚੱਲ ਰਿਹਾ ਸੀਗਾ ਜੀ। ਅਤੇ ਉਹਨਾਂ ਨੇ ਫਿਰ ਨਾਟਕ ਦੇ ਵੱਲ ਆਪਣਾ ਜਿਹੜਾ ਸੀਗਾ ਦੌਰ ਸ਼ੁਰੂ ਕੀਤਾ ਔਰ ਰਸਤਾ ਬਣਾਇਆ। ਉਸ ਤੋਂ ਬਾਅਦ ਫਿਰ ਮੈਂ ਉਹਨਾਂ ਕੋਲ ਥੋੜ੍ਹਾ ਟਾਈਮ ਲਾ ਕੇ ਮੇਰੇ ਜਿਹੜੇ ਉਸਤਾਦ ਜੀ ਸੀ ਸਤਨਾਮ ਸਿੰਘ ਜੀ ਮੋਗਾ, ਉਹਨਾਂ ਕੋਲ ਫਿਰ ਮੈਂ ਚਿੱਤਰਕਾਰੀ ਦੇ ਗੁਣ ਸਿੱਖਣ ਲਈ ਉਹਨਾਂ ਕੋਲ ਗੁਰਦੁਆਰਾ ਮਹਿਤਿਆਣਾ ਸਾਹਿਬ ਰਹਿ ਕੇ ਫਿਰ 2 ਸਾਲਾਂ ਦੇ ਵਿੱਚ ਇਹ ਪੇਂਟਿੰਗ ਦਾ ਜਿਹੜਾ ਸੀਗਾ ਰਸਤਾ ਤੈਅ ਕੀਤਾ। ਔਰ ਫਿਰ ਉਸ ਤੋਂ ਬਾਅਦ ਚਲਦੇ ਚਲਦੇ 2 ਸਾਲਾਂ ਤੋਂ ਬਾਅਦ ਉਸਤਾਦ ਜੀ ਤੋਂ ਮੈਂ ਆਗਿਆ ਲੈ ਕੇ ਮਤਲਬ ਵਾਪਸ ਘਰ ਆ ਗਿਆ। ਅਤੇ ਫਿਰ ਆਰਟ ਐਂਡ ਕਰਾਫਟ ਦਾ ਮਾਸਟਰ ਜਿਹੜਾ ਹੈ, ਡਰਾਇੰਗ ਟੀਚਰ ਲਈ ਉਹ ਆਪਾਂ ਕੋਰਸ ਕੀਤਾ ਜੀ। ਫਿਰ ਮੈਂ ਟੀਚਿੰਗ ਲਾਈਨ ਦੇ ਵਿੱਚ 2006 ਦੇ ਵਿੱਚ ਮਤਲਬ 4 ਸਾਲਾਂ ਦੇ ਦੌਰ ਦੇ ਵਿੱਚ ਸਾਰਾ ਹੀ ਪੇਂਟਿੰਗ ਦਾ ਸਿੱਖ ਕੇ ਵਰਕ ਔਰ ਕੋਰਸ ਕਰਕੇ। ਅਤੇ 2006 ਦੇ ਵਿੱਚ ਮੈਂ ਯਾਨੀ ਕਿ ਪਹਿਲੀ ਜੋਬ ਚੀਜ਼ ਸੀਗੀ ਮੇਰੇ ਲਈ ਸ਼ਹੀਦ ਭਾਈ ਦਿਆਲਾ ਹਾਈ ਸਕੂਲ ਲੌਂਗੋਵਾਲ ਦੇ ਵਿੱਚ, ਮਤਲਬ ਐਜ਼ ਏ ਡਰਾਇੰਗ ਟੀਚਰ ਜੋਬ ਕੀਤੀ। ਅਤੇ ਮੈਨੂੰ ਬੜਾ ਚੰਗਾ ਮਹਿਸੂਸ ਹੋਇਆ।
ਬਈ ਤੇ ਸਰ ਫੈਮਿਲੀ ਦਾ ਪੇਰੈਂਟਸ ਦਾ ਕਿੰਨਾ ਸਪੋਰਟ ਹੁੰਦਾ ਹੈ? ਕਈ ਵਾਰ ਹੁੰਦਾ ਕਿ ਪੇਰੈਂਟਸ ਸਪੋਰਟ ਨਹੀਂ ਕਰਦੇ ਜਾਂ ਨਹੀਂ ਨਹੀਂ ਬਹੁਤ ਸਪੋਰਟ ਕਰਦੇ ਆ, ਜਾਂ ਕਈ ਵਾਰ ਪੇਰੈਂਟਸ ਨੂੰ ਹੁੰਦਾ ਕਿ ਦੂਸਰੀ ਗੱਲ ਇਹ ਹੈ ਕਿ ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਕੋਈ ਇਦਾਂ ਦੀ ਲਾਈਨ ਚੂਜ਼ ਕਰ ਲਈ ਹੈ ਕਿ ਇਹਦੇ 'ਚ ਕੋਈ ਇਨਕਮ ਸੋਰਸ ਇੰਨਾ ਹੈ ਨਹੀਂ, ਕਿਉਂਕਿ ਆਪਾਂ ਕੋਈ ਵੀ ਕੰਮ ਕਰਨਾ, ਆਪਾਂ ਸ਼ੌਕੀਆ ਵੀ ਕਰਨਾ, ਕਿਸੇ ਤਰ੍ਹਾਂ ਵੀ ਕਰਨਾ, ਪੈਸੇ ਦੀ ਸਪੋਰਟ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਪੇਰੈਂਟਸ ਜੀ ਸੀਗੇ ਮੇਰੇ, ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਜੀ, ਇਸ ਕਰਕੇ ਕੋਈ ਅੱਛੀ ਗਾਈਡਲਾਈਨ ਤਾਂ ਨਹੀਂ ਉਹਨਾਂ ਨੇ, ਪਰ ਮੈਨੂੰ ਰੋਕਿਆ ਵੀ ਕੋਈ ਹੈ ਨਹੀਂ ਕਿ ਤੂੰ ਇਹ ਲਾਈਨ ਵਿੱਚ ਨਹੀਂ ਜਾਣਾ, ਕਿ ਇਸ ਲਾਈਨ ਵਿੱਚ ਨਹੀਂ ਜਾਣਾ। ਪਰ ਕੁਛ ਕੁ ਟਾਈਮ ਜਦੋਂ ਮੈਨੂੰ ਵਿਚਕਾਰ ਜੇ ਇਸ ਤਰ੍ਹਾਂ ਜ਼ਰੂਰ ਲੱਗਿਆ ਸੀਗਾ ਵੀ ਇਹ ਮੈਂ ਕੰਮ ਪਤਾ ਨਹੀਂ ਕਾਮਯਾਬ ਹੋਵਾਂਗਾ ਕਿ ਨਹੀਂ ਹੋਵਾਂਗਾ, ਪਰ ਜਿਸ ਤਰ੍ਹਾਂ ਕਹਿੰਦੇ ਆ ਕਿ ਮਿਹਨਤ ਕਰੀ ਜਾਣੀ ਚਾਹੀਦੀ ਹੈ ਅਤੇ ਸਫਲਤਾ ਤਾਂ ਪਰਮਾਤਮਾ ਦੇ ਹੱਥ ਹੈ ਜੀ, ਉਹਨੇ ਲਾਉਣਾ। ਤਾਂ ਅੱਜ ਇੰਨੇ ਸਾਲਾਂ ਬਾਅਦ ਮੈਨੂੰ ਉਹਦਾ ਫਲ ਜ਼ਰੂਰ ਮਿਲਿਆ ਅਤੇ ਅੱਜ ਅਸੀਂ ਅੱਛੇ ਤਰੀਕੇ ਦੇ ਨਾਲ ਮਤਲਬ ਸਮਾਜ ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ ਹੈਗਾ ਬਹੁਤ, ਅਤੇ ਸਾਰਾ ਰਿਗਾਰਡ ਉਸੇ ਤਰ੍ਹਾਂ ਜਿਸ ਤਰ੍ਹਾਂ ਹਰ ਇੱਕ ਚਾਹੁੰਦਾ ਹੈ ਕਿ ਮੇਰਾ ਹੋਵੇ ਤਾਂ ਸਤਿਕਾਰ ਸਾਰਾ ਮਿਲ ਰਿਹਾ ਜੀ। ਹਾਂਜੀ, ਐਗਜ਼ੀਬਿਸ਼ਨ ਲਾਉਣ ਜਾਂਦੇ ਹੋ, ਕਿੰਨਾ ਕੁ ਹੁੰਗਾਰਾ ਮਿਲਦਾ ਉੱਧਰੋਂ? ਬਿਲਕੁਲ। ਐਗਜੀਬਿਸ਼ਨ ਜਿਹੜਾ ਅਸੀਂ ਹੈ ਸੰਗਰੂਰ ਦੇ ਏਰੀਏ ਦੇ ਵਿੱਚ ਥੋੜ੍ਹਾ ਬੈਕਵਰਡ ਕਰਕੇ, ਮੈਨੂੰ ਐਗਜੀਬਿਸ਼ਨ ਲਾਉਣ ਲਈ ਚੰਡੀਗੜ੍ਹ ਜਾਂ ਫਿਰ ਦਿੱਲੀ ਤੱਕ ਜਾਂ ਫਿਰ ਲੁਧਿਆਣਾ, ਇੱਥੇ ਤੱਕ ਅਸੀਂ ਐਗਜੀਬਿਸ਼ਨ ਲਾਉਣ ਜਾਂਦੇ ਹਾਂ। ਅਤੇ ਸਭ ਤੋਂ ਵੱਡਾ ਜਿਹੜਾ ਮੈਨੂੰ ਚੰਗਾ ਲੱਗਿਆ ਸੀਗਾ ਕਿ ਜਦੋਂ ਮੇਰੀਆਂ ਪੇਂਟਿੰਗਸ ਵਿਰਾਸਤ-ਏ ਖਾਲਸਾ ਲਈ ਸਿਲੈਕਟ ਹੋਈਆਂ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਸੀਗਾ ਕਿ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਬਈ ਇੰਨੇ ਵੱਡੇ ਮਤਲਬ ਅਨੰਦਪੁਰ ਸਾਹਿਬ ਜਿੱਥੇ ਹਰ ਇੱਕ ਸੀਜ਼ਨ ਬਹੁਤ ਹੈ, ਅਤੇ ਉੱਥੇ ਮੇਰੀਆਂ ਪੇਂਟਿੰਗ ਸਿਲੈਕਟ ਹੋਈਆਂ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਉੱਥੇ ਪੇਂਟਿੰਗ ਮੇਰੀਆਂ ਲੱਗੀਆਂ ਜੀ। ਤਾਂ ਮੈਨੂੰ ਲੱਗਿਆ ਸੀਗਾ ਕਿ ਜੇ ਮੈਂ ਕੁਛ ਸਿੱਖਿਆ ਤਾਂ ਉਹ 'ਚ ਮੈਨੂੰ ਸਫਲਾ ਜਿਹਾ ਜਾਪਿਆ ਕਿ ਮੈਂ ਕੋਈ ਮੁਕਾਮ ਹਾਸਲ, ਨੂੰ ਸਕੂਨ ਆਇਆ ਕਿ ਹਾਂ ਵਾਕਈ ਕਿ ਮੇਰੇ ਜਿਹੜੀ ਰੂਹ ਦੀ ਖੁਰਾਕ ਹੈ ਉਹ ਪੂਰੀ ਹੋਈ, ਸਕੂਨ ਹੈ ਕਿ ਹਾਂ ਜੀ ਮੈਂ ਇੰਨਾ ਸਮਾਂ ਟਾਈਮ ਕੱਢਿਆ। ਬਿਲਕੁਲ ਜੀ, ਉਹ ਮੇਰੇ ਲਈ ਬਹੁਤ ਹੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਜਿਵੇਂ ਕਹਿ ਦਈਏ ਹਰ ਇੱਕ ਬੰਦੇ ਦੀ ਇੱਕ ਅਚੀਵਮੈਂਟ ਹੁੰਦੀ ਹੈ, ਤਾਂ ਉਹ ਮੈਨੂੰ ਬੜੀ ਵੱਡੀ ਅਚੀਵਮੈਂਟ ਜਾਪੀ ਬਈ। ਵਾਕਈ ਭਾਜੀ ਬੜੇ ਮਾਣ ਵਾਲੀ ਗੱਲ ਹੈ ਪੂਰੇ ਪੰਜਾਬੀਆਂ ਲਈ, ਕਲਾਕਾਰਾਂ ਲਈ ਜਾਂ ਅਦਾਕਾਰਾਂ ਲਈ, ਕਿ ਹਰ ਕੋਈ ਚਾਹੁੰਦਾ ਕਿ ਉਹਨੂੰ ਦੁਨੀਆ ਜਾਣੇ। ਉਹ ਇੱਕ ਘਰ ਦੀ ਚਾਰ ਦੀਵਾਰੀ ਜਾਂ ਆਪਣੇ ਉਸੇ ਕਮਰੇ ਦੇ ਵਿੱਚ ਨਾ ਰਹਿ ਕੇ ਪੂਰੀ ਦੁਨੀਆ ਜਿੱਥੇ ਤੱਕ ਉਹਦੀ ਪਹੁੰਚ ਜਾਂਦੀ, ਉੱਥੇ ਤੱਕ ਉਹਨੂੰ ਜਾਣਿਆ ਜਾਵੇ, ਜਾਂ ਬਾਹਰ ਕਿਤੇ ਵੀ ਘੁੰਮੇ ਤਾਂ ਉਹਨੂੰ ਲੱਗੇ ਕਿ ਵਾਕਈ ਮੈਨੂੰ ਦੁਨੀਆ ਜਾਣਦੀ ਹੈ, ਮੇਰਾ ਦੁਨੀਆ 'ਤੇ ਆਉਣਾ ਸਫਲ ਹੈ। ਸਾਰੇ ਇਨਸਾਨਾਂ ਦਾ ਹੀ ਇਹੀ ਹੈ ਜੀ ਵੀ ਹਰ ਇੱਕ ਕੋਈ ਇਸ ਤਰ੍ਹਾਂ ਚਾਹੁੰਦਾ ਹੈ ਬਈ ਮੈਨੂੰ ਹਰ ਕੋਈ ਜਾਣੇ। ਤਾਂ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਪਰਮਾਤਮਾ ਨੇ ਇਸ ਤਰ੍ਹਾਂ ਦੀ ਕਲਾ ਬਖਸ਼ੀ ਕਿ ਜਿਸ ਕਰਕੇ ਮੇਰਾ ਆਪਣੇ ਇਲਾਕੇ ਦੇ ਵਿੱਚ ਔਰ ਬਾਹਰ ਤੱਕ, ਫੋਰਨ ਤੱਕ ਵੀ ਜਿੱਥੇ ਜਿੱਥੇ ਮੇਰੀਆਂ ਪੇਂਟਿੰਗਸ ਗਈਆਂ ਨੇ, ਅਤੇ ਉਹ ਉੱਥੋਂ ਮੈਨੂੰ ਪਹਿਚਾਣ ਵੀ ਮਿਲੀ, ਨਾਮ ਵੀ ਮਿਲਿਆ ਔਰ ਪਿਆਰ ਵੀ ਮਿਲਿਆ, ਸਾਰਾ ਪੈਸਾ ਵੀ ਐਡਜਸਟ ਹੁੰਦਾ ਜੀ। ਹਾਂਜੀ, ਕਿਉਂਕਿ ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਹੈ ਭਾਜੀ, ਉਹ 'ਚ ਪੈਸਾ ਸਭ ਤੋਂ ਪਹਿਲੇ, ਸ਼ੌਂਕ ਤਾਂ ਚਲੋ ਹੁੰਦਾ ਹੀ ਹੁੰਦਾ, ਪਰ ਆਪਾਂ ਕਿਸੇ ਚੀਜ਼ 'ਤੇ ਇਨਵੈਸਟ ਕਰਦੇ ਹਾਂ ਤਾਂ ਆਪਾਂ ਨੂੰ ਹੁੰਦਾ ਕਿ ਕੁਛ ਨਾ ਕੁਛ ਤਾਂ ਇਹ 'ਚੋਂ ਇਨਕਮ ਸਾਨੂੰ ਮਿਲੇ, ਤਾਂ ਕਿ ਖਰਚਾ ਕਿਉਂਕਿ ਇੰਨੇ ਬਰੱਸ਼ ਮਹਿੰਗੇ ਨੇ ਔਰ ਇਨ ਬਰੱਸ਼ ਦੀ ਵਰਾਇਟੀਜ਼ ਬਹੁਤ ਹੁੰਦੀਆਂ, ਕੈਨਵਸ ਜਾਂ ਪੋਰਟਰੇਟਸ ਦੇ ਰੇਟ ਕਿੰਨੇ ਨੇ, ਉਹਨਾਂ ਨੂੰ ਫਰੇਮ ਕਰਨਾ ਹਰ ਇੱਕ ਚੀਜ਼ ਕੋਸਟਲੀ। ਔਰ ਹੁਣ ਦੇ ਸਮੇਂ ਦੇ ਵਿੱਚ ਜੇ ਫਾਈਨੈਂਸ਼ੀਅਲੀ ਸਪੋਰਟ ਤੁਹਾਨੂੰ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਕਿ ਉਹ ਇਨਸਾਨ ਜਾਂ ਤਾਂ ਬਿਲਕੁਲ ਕਾਮਯਾਬ ਨਹੀਂ ਹੁੰਦਾ, ਜਾਂ ਕਿਤੇ ਨਾ ਕਿਤੇ ਉਹ ਬਹੁਤ ਪਿੱਛੇ ਰਹਿ ਜਾਂਦਾ ਹੈ। ਬਹੁਤ ਤੁਹਾਡਾ ਭੈਣ ਜੀ ਇਹ ਅੱਛਾ ਸਵਾਲ ਤੁਸੀਂ ਕੀਤਾ ਹੈ। ਇਸ ਤਰ੍ਹਾਂ ਮੋਸਟਲੀ ਹੁਣ ਹੁੰਦਾ ਹੈ ਕਿ ਬਹੁਤ ਹੀ ਕਲਾਕਾਰ ਮੈਂ ਦੇਖੇ ਆ ਜਿਹੜੇ ਮਤਲਬ ਆਰਥਿਕ ਪੱਖੋਂ ਤੰਗ ਹੋਣ ਕਰਕੇ ਉਹ ਆਪਣੇ ਮਤਲਬ ਉੱਪਰ ਆਉਣ ਤੋਂ ਵਾਂਝੇ ਰਹਿ ਜਾਂਦੇ ਆ, ਮਤਲਬ ਉਹਦੇ ਥੱਲੇ ਦੱਬ ਜਾਂਦੇ ਆ ਬਈ ਉਹਨਾਂ ਦੇ ਜੇ ਆਰਥਿਕ ਪੱਖ ਸੀਗਾ ਉਹ ਮਜ਼ਬੂਤ ਨਹੀਂ ਸੀਗਾ। ਇਸੇ ਤਰ੍ਹਾਂ ਬਈ ਹਰ ਇੱਕ ਕਲਾਕਾਰ ਐਵੇਂ ਹੀ ਚਾਹੁੰਦਾ ਇਨਕਮ ਦੇ ਪੱਖੋਂ। ਇਹ ਜਿਹੜੇ ਕਲਰਸ, ਕੈਨਵਸ ਵਗੈਰਾ, ਬਰੱਸ਼ ਵਗੈਰਾ ਜਿਵੇਂ ਤੁਸੀਂ ਕਹਿ ਰਹੇ ਹੋ ਹੈ ਕੋਸਟਲੀ ਹੈ, ਤਾਂ ਮੈਂ ਵੀ ਐਵੇਂ ਹੀ ਸੋਚਿਆ ਸੀਗਾ ਕਿ ਸ਼ਾਇਦ ਮੈਂ ਵੀ ਦਬ ਜਾਵਾਂਗਾ, ਤਾਂ ਪਰਮਾਤਮਾ ਨੇ ਬਾਂਹ ਫੜੀ, ਆਪਾਂ ਕੋਰਸ ਕੀਤਾ ਅਤੇ ਫਿਰ ਉਹ ਮੇਰਾ ਜਿਹੜਾ ਸੀਗਾ ਹੱਲ ਹੋ ਗਿਆ ਮਸਲਾ, ਅਤੇ ਮੰਥਲੀ ਮੇਰੀ ਇਨਕਮ ਸ਼ੁਰੂ ਹੋ ਗਈ। ਫਿਰ ਮੈਂ ਮਤਲਬ ਇਹ ਆਪਣੇ ਸ਼ੌਂਕ ਦੇ ਨਾਲ ਦੀ ਨਾਲ ਕਰਦਾ ਰਿਹਾ ਜੀ। ਹਾਂਜੀ ਹਾਂਜੀ, ਉੱਧਰ ਬੱਚਿਆਂ ਲਈ ਇੱਕ ਯੂਥ ਆਈਕਨ ਐਜ਼ ਅ ਟੀਚਰ, ਔਰ ਨਾਲ ਦੀ ਨਾਲ ਪੂਰੇ ਦੁਨੀਆ ਲਈ ਇੱਕ ਅਜਿਹਾ ਆਰਟਿਸਟ ਦੇ ਰੂਪ ਦੇ ਵਿੱਚ ਆਉਣਾ, ਪੇਰੈਂਟਸ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ। ਔਰ
ਜਿਹੜੇ ਤੁਹਾਡੇ ਲਾਈਫ ਪਾਰਟਨਰ ਨੇ, ਤੁਹਾਡੇ ਬੱਚੇ ਨੇ, ਉਹਨਾਂ ਨੂੰ ਵੀ ਹੁੰਦਾ ਕਿ ਪਾਪਾ ਕੁਝ ਕਰ ਰਹੇ ਨੇ, ਕੁਝ ਵੱਖਰਾ ਕਰ ਰਹੇ ਨੇ। ਉਹ ਨਾਲ ਦੀ ਨਾਲ ਬੱਚਿਆਂ ਨੂੰ ਵੀ ਅੱਗੇ ਵਧਣ ਦੇ ਲਈ ਇੱਕ ਸਪੋਰਟ ਹੁੰਦੀ ਹੈ ਕਿ ਤੁਸੀਂ ਜੇ ਆਪਣਾ ਪੈਸ਼ਨ ਚੁਣਿਆ ਹੈ, ਇੱਕ ਆਪਣਾ ਤੁਹਾਡਾ ਕਿੱਤਾ ਹੈ, ਉਹਦੇ ਨਾਲ ਨਾਲ ਜੇ ਤੁਸੀਂ ਆਪਣਾ ਸ਼ੌਂਕ ਜਿਉਂਦਾ ਰੱਖਣਾ ਹੈ, ਠੀਕ ਹੈ ਨਾ, ਉਹ ਜ਼ਰੂਰੀ ਹੈ। ਕਿਉਂਕਿ ਬੰਦਾ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਜੌਬ ਜੋ ਹੈ, ਉਹ ਪ੍ਰੋਫੈਸ਼ਨ ਜਿਹੜਾ ਹੁੰਦਾ, ਪਰ ਉਹਦੇ ਨਾਲ ਨਾਲ ਇੱਕ ਜਿਹੜਾ ਤੁਹਾਡਾ ਸ਼ੌਂਕ ਹੈ ਜੋ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ। ਬਹੁਤ ਸਾਰੇ ਕਾਰਨ ਹੁੰਦੇ, ਲੇਕਿਨ ਉਹ ਵੀ ਜਦੋਂ ਉਹਨੂੰ ਇੱਕ ਹੁੰਗਾਰਾ ਮਿਲਦਾ ਹੈ, ਹੁਲਾਰਾ ਮਿਲਦਾ, ਤਾਂ ਉਹ ਵੀ ਇੱਕ ਅਸਮਾਨੀ ਛੂੰਹਦਾ ਹੈ, ਤਾਂ ਉਹ ਵੀ ਮੈਨੂੰ ਲੱਗਦਾ ਹੈ ਕਿ ਇੱਕ ਦੁਬਾਰਾ ਜਵਾਨੀ ਜੀਣ ਵਾਲਾ ਇੱਕ ਹੁਸਨ ਆ ਜਾਂਦਾ ਹੈ। ਬਿਲਕੁਲ ਜੀ, ਇਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਦੇ ਨਾਲ ਜਦੋਂ ਪੇਂਟਿੰਗ ਦੇ ਵਿੱਚ ਅਸੀਂ ਗੁੰਮ ਵੀ ਹੋ ਜਾਂਦਾ ਆਰਟਿਸਟ। ਜਦੋਂ ਇੱਕ ਪੇਂਟਿੰਗ ਨੂੰ ਆਪਾਂ ਕੰਪਲੀਟ ਕਰ ਰਹੇ ਹਾਂ ਤਾਂ ਦੁਨੀਆ ਦਾ ਤਾਂ ਨਹੀਂ ਪਤਾ ਰਹਿੰਦਾ ਆਪਾਂ ਨੂੰ। ਆਰਟਿਸਟ ਇੱਕ ਪੇਂਟਿੰਗ ਦੇ ਵਿੱਚ ਗੁੰਮ ਹੋ ਜਾਂਦਾ ਅਤੇ ਦੁਨੀਆ ਤੋਂ ਬਾਹਰ ਹੋ ਜਾਂਦਾ। ਇਸੇ ਤਰ੍ਹਾਂ ਹੀ ਬਿਲਕੁਲ ਆਪਣੀ ਫਲੋਰ ਦੇ ਵਿੱਚ ਹੁੰਦਾ, ਬਹੁਤ ਹੀ ਉਹ ਆਨੰਦਮਈ ਹੁੰਦਾ। ਤਾਂ ਮੈਂ ਵੀ ਸੋਚਦਾ ਹੁਣ ਸ਼ਾਇਦ ਜੇ ਕਿਤੇ ਮੈਨੂੰ ਇਸ ਤਰ੍ਹਾਂ ਦਾ ਨਾਮ ਮਿਲਦਾ, ਇਹ ਮੇਰੇ ਲਈ ਮੈਡੀਟੇਸ਼ਨ ਦਾ ਹੀ ਕੰਮ ਕਰਦੀ ਹੈ ਪੇਂਟਿੰਗ। ਤਾਂ ਆਪਾਂ ਨੇ ਵੀ ਜੇ ਕਿਤੇ ਇਸ ਤਰ੍ਹਾਂ ਦੀ ਨਾ ਵਾਹਿਗੁਰੂ ਕਲਾ ਬਖਸ਼ਦਾ ਤਾਂ ਸ਼ਾਇਦ ਕਿਤੇ ਗੁੰਮ ਹੋ ਜਾਣਾ ਸੀਗਾ। ਪਤਾ ਨਹੀਂ, ਬਹੁਤ ਹੀ ਸਿਰਦਰਦੀਆਂ ਹੋ ਜਾਂਦੀਆਂ ਨੇ, ਸੈਟਿੰਗਾਂ ਨਹੀਂ ਹੁੰਦੀਆਂ, ਤਾਂ ਇਹ ਵਿੱਚ ਕੁਝ ਚੀਜ਼ਾਂ ਅਟਕ ਜਾਂਦੀਆਂ ਨੇ, ਜਾਂ ਫਿਰ ਉਹ ਨਿਕਲਦੀਆਂ ਨਹੀਂ, ਜਾਂ ਉਹ ਸਪੋਰਟ ਨਹੀਂ ਮਿਲਦੀ, ਤੇ ਬੰਦਾ ਫਿਰ ਉੱਥੇ ਕਿ ਦੱਬਿਆ ਮਹਿਸੂਸ ਕਰਦਾ। ਮਤਲਬ ਕਲਾ ਨੇ ਮੈਨੂੰ ਉਲਝਣ ਨਹੀਂ ਦਿੱਤਾ, ਜਿਸ ਤਰ੍ਹਾਂ ਕਹਿ ਸਕਦੇ ਹਾਂ। ਬਿਲਕੁਲ, ਕਲਾ ਨੇ ਮੈਨੂੰ ਨਹੀਂ ਉਲਝਣ ਦਿੱਤਾ, ਤਾਂ ਇਸ ਨੇ ਮੈਨੂੰ ਨਿਖਾਰ ਕੇ ਹੋਰ ਅੱਗੇ ਮਤਲਬ ਲੈ ਕੇ ਆਈ ਹੈ ਕਿਤੇ। ਬਾਕੀ ਮਿਹਨਤ ਜਿਸ ਤਰ੍ਹਾਂ ਚੱਲਦੀ ਹੈ ਉਹ ਕਰੀ ਜਾ ਰਹੇ ਹਾਂ, ਹੁਣ ਹੋਰ ਕਰੀ ਜਾ ਰਹੇ ਹਾਂ ਜੀ। ਤੇ ਭਾਜੀ ਪੇਂਟਿੰਗਸ ਦੀ ਗੱਲ ਕਰੀਏ, ਤੁਸੀਂ ਪਹਿਲੇ ਵੀ ਦੱਸਿਆ ਸੀ ਕਿ 2000 ਦੇ ਲਗਭਗ ਤੁਸੀਂ ਜਿਹੜੀ ਪੇਂਟਿੰਗ ਹੁਣ ਤੱਕ ਬਣਾਈ। ਹਾਂਜੀ, ਉਹਦੇ ਵਿੱਚ ਵੱਖਰੀ ਵੈਰਾਈਟੀ ਹੈ, ਉਹ 'ਚ ਕਲਚਰਲ ਹੈ, ਸੱਭਿਆਚਾਰਕ ਜਿਹਨੂੰ ਕਹਿੰਦੇ ਆ, ਆਪਣੇ ਸਿੱਖੀਜ਼ਮ ਨੂੰ ਰਿਲੇਟਿਡ ਹੈ, ਜਾਂ ਕੁਝ ਇਹੋ ਜਿਹੀਆਂ ਐਂਟੀਕ ਜਿਹੀਆਂ ਪੇਂਟਿੰਗਸ ਹੁੰਦੀਆਂ ਜਿਹੜੀਆਂ ਆਪਾਂ ਦੇਖੀਆਂ ਕਿ ਉਹ ਗੋਰਿਆਂ ਦੇ ਮਾਹੌਲ ਦੇ ਸਮੇਂ 'ਤੇ ਬਣੀਆਂ ਹੁੰਦੀਆਂ ਨੇ। ਸੋ ਹੋਰ ਕੀ ਵੈਰਾਈਟੀ ਹੁੰਦੀ ਹੈ ਇਹਦੇ ਵਿੱਚ, ਜਾਂ ਹੋਰ ਤੁਸੀਂ ਕਿਹੜੀਆਂ ਬਣਾਈਆਂ ਨੇ? ਹੋਰ ਜ਼ਿਆਦਾ ਜਿਸ ਤਰ੍ਹਾਂ ਆਪਣੇ ਕਿੱਸੇ ਹੈ ਜੀ, ਜਿਵੇਂ ਸੱਸੀ ਪੁੰਨੂ ਦੇ ਹੋ ਗਏ, ਮਿਰਜ਼ਾ ਸਾਹਿਬਾ ਦੇ ਹੋ ਗਏ, ਸੋਹਣੀ ਮਹੀਵਾਲ ਦੇ ਹੋ ਗਏ, ਉਸ ਤਰ੍ਹਾਂ ਅਸੀਂ ਵੈਸੇ ਆ ਤਾਂ ਇਹ ਕਲਚਰ ਦੇ ਵਿੱਚ ਹੀ ਜਾਂਦੇ ਆ ਕਿਸੇ, ਉਸ ਤਰ੍ਹਾਂ ਦੀਆਂ ਵੀ ਮੈਂ ਕਾਫੀ ਪੇਂਟਿੰਗਸ ਬਣਾਈਆਂ। ਅਤੇ ਪਰ ਜ਼ਿਆਦਾ ਮੇਰਾ ਹੈ ਮੂਡ ਹੁਣ ਅਤੇ ਕਿ ਮੈਂ ਮਤਲਬ ਧਾਰਮਿਕ ਪੱਖ ਦੇ ਨਾਲ ਸੰਬੰਧਿਤ ਹਾਂ, ਕਿ ਪਰਿਵਾਰ ਆਪਣਾ ਸਾਰਾ ਧਾਰਮਿਕ ਹੈ, ਅਤੇ ਪਿੰਡ ਦੇ ਵਿੱਚ ਮੇਰੇ ਪਿਤਾ ਜੀ ਨੂੰ ਵੀ ਸਾਰੇ ਅੱਛੀ ਤਰ੍ਹਾਂ ਹੀ ਜਾਣਦੇ ਨੇ ਕਿ ਬਲਦੇਵ ਸਿੰਘ ਵਧੀਆ ਮਤਲਬ ਗੁਰਮੁਖ ਬੰਦੇ ਆ। ਤਾਂ ਉਹਨਾਂ ਕਰਕੇ ਮੈਂ ਵੀ ਆਪਣਾ ਜਿਹੜਾ ਜੀਵਨ ਦਾ ਹੈ ਮਤਲਬ ਸਾਰਾ ਉਹਨਾਂ ਦੀ ਤਰ੍ਹਾਂ ਹੀ ਬਤੀਤ ਕਰਨਾ ਚਾਹੁੰਦਾ ਹਾਂ ਬਈ। ਸੋ ਮੇਰਾ ਰੁਝਾਨ ਫਿਰ ਇਸੇ ਕਰਕੇ ਪੇਂਟਿੰਗ ਦੇ ਵਿੱਚ ਗੁਰਮੁਖੀ ਜਾਂ ਮਤਲਬ ਧਾਰਮਿਕ ਪੇਂਟਿੰਗ ਦੇ ਵੱਲ ਹੀ ਹੋ ਗਿਆ। ਤਾਂ ਮੈਂ ਚਾਹੁੰਦਾ ਕਿ ਗੁਰੂਆਂ ਦੇ ਬਾਰੇ ਜ਼ਿਆਦਾ ਮੈਂ ਆਪਣੀ ਪੇਂਟਿੰਗ ਦੇ ਵਿੱਚ ਦੱਸ ਸਕਾਂ, ਜਿੰਨਾ ਮਤਲਬ ਚਿੱਤਰਾਂ ਰਾਹੀਂ ਆਪਾਂ ਦੱਸ ਸਕਦੇ ਹਾਂ। ਭਾਜੀ ਪਰਿਵਾਰ ਦੀ ਗੱਲ ਹੋ ਗਈ, ਸ਼ੌਕ ਦੀ ਗੱਲ ਹੋ ਗਈ, ਪ੍ਰੋਫੈਸ਼ਨ ਦੀ ਗੱਲ ਹੋ ਗਈ, ਤੇ ਇਸ ਕੰਮ ਦੇ ਵਿੱਚ ਜਾਂ ਤੁਹਾਨੂੰ ਉਲਝਣਾ, ਕਈ ਵਾਰ ਹਰ ਬੰਦੇ ਦੇ ਜ਼ਿੰਦਗੀ ਦੇ ਵਿੱਚ ਉਲਝਣਾ ਆਉਂਦੀਆਂ, ਉੱਥੇ ਜਿਹੜਾ ਤੁਹਾਡਾ ਸਰਕਲ ਹੈ, ਫਰੈਂਡਸ, ਦੋਸਤ ਨੇ, ਉਹਨਾਂ ਦਾ ਕਿੰਨਾ ਕੁ ਸਾਂਝ ਪੈਂਦੀ ਹੈ, ਜਾਂ ਤੁਹਾਡੇ ਗੁਰੂ ਦੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਗੁਰਚੇਤ ਚਿੱਤਰਕਾਰ ਜੀ ਤੁਹਾਡੇ ਗੁਰੂ ਸਨ, ਉਹਨਾਂ ਤੋਂ ਤੁਸੀਂ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ। ਸੋ ਕਿੰਨਾ ਕੁ ਰੋਲ ਅਦਾ ਕਰਦੇ ਨੇ ਇੱਕ ਚੰਗਾ ਦੋਸਤ, ਚੰਗਾ ਮਿੱਤਰ ਜਿਹੜਾ ਹੁੰਦਾ ਹੈ? ਹਾਂਜੀ, ਇਹ ਬਹੁਤ ਹੀ ਤੁਸੀਂ ਕੁਐਸਚਨ ਸੋਹਣਾ ਕਰਿਆ ਹੈਗਾ ਕਿ ਦੋਸਤਾਂ ਦੇ ਵਿੱਚੋਂ ਵੀ ਮੈਨੂੰ ਕਾਫੀ ਸਪੋਰਟ ਮਿਲੀ ਹੈ, ਅਤੇ ਉਸਤਾਦ ਜੀ ਵੱਲੋਂ ਵੀ ਕਾਫੀ ਸਪੋਰਟ ਮਿਲੀ ਹੈ, ਅਤੇ ਬਾਕੀ ਕੰਮ ਆ ਜਾਂਦਾ ਆਪਣੇ ਮਤਲਬ ਵੀ ਮਿਹਨਤ 'ਤੇ। ਅਤੇ ਅਸੀਂ ਜਿਹੜੀ ਮੈਨੂੰ ਪ੍ਰੋਬਲਮਸ ਆਈਆਂ ਕਿ ਅਸੀਂ ਜਿਹੜਾ ਸਾਡਾ ਸੰਗਰੂਰ ਸ਼ਹਿਰ ਦੇ ਵਿੱਚ ਅਸੀਂ ਬੈਠੇ ਹਾਂ, ਇਹ ਜਾਂ ਪਿੰਡ ਆ ਗਏ, ਪਿੰਡਾਂ ਦੇ ਵਿੱਚ ਇਹਦਾ ਜਿਹੜਾ ਹੈਗਾ ਕੋਸਟਲੀ ਸਮਾਨ ਹੋਣ ਕਰਕੇ, ਮਹਿੰਗਾ ਸਮਾਨ ਹੋਣ ਕਰਕੇ ਸਾਨੂੰ ਇਹ ਪ੍ਰੋਬਲਮ ਆਉਂਦੀਆਂ ਨੇ ਕਿ ਇਹਨੂੰ ਵੇਚਣ ਦੇ ਵਿੱਚ ਸਾਨੂੰ ਕਾਫੀ ਸੇਲ ਕਰਨ ਦੇ ਵਿੱਚ ਮੁਸ਼ਕਿਲ ਆਉਂਦੀ ਹੈ। ਤੋ ਫਿਰ ਉੱਥੇ ਸਾਨੂੰ ਐਡਜਸਟ ਕਰਨਾ ਪੈਂਦਾ। ਕਈ ਵਾਰੀ ਬਣੀਆਂ ਪੇਂਟਿੰਗ ਸਟਾਕ ਆਪਣੇ ਕੋਲ ਵੀ ਰੁਕ ਜਾਂਦਾ, ਜਾਂ ਫਿਰ ਉਹਨਾਂ ਨੂੰ ਸਾਨੂੰ ਸੇਲ ਕਰਨ ਲਈ ਫਿਰ ਅੱਗੇ ਵੱਡੇ ਜਿਹੜੀਆਂ ਸ਼ਹਿਰ ਹੈਗੇ ਉਹਨਾਂ ਦੇ ਵਿੱਚ ਜਾਣਾ ਪੈਂਦਾ। ਮਤਲਬ ਕਹਿ ਸਕਦੇ ਹਾਂ ਕਿ ਤੁਹਾਡੀ ਕਲਾ ਕਈ ਵਾਰ ਉੱਥੇ ਕਿ ਸੀਮਿਤ ਹੋ ਗਈ ਰਹਿ ਜਿੰਨੇ ਤੁਸੀਂ ਉਹਨੂੰ ਦਿਖਾਉਣਾ ਚਾਹੁੰਦੇ ਆ, ਪਰ ਉਹ ਜਿਹੜਾ ਤੁਹਾਡਾ ਮਾਹੌਲ ਹੈ, ਐਟਮੋਸਫੇਅਰ ਹੈ ਜਾਂ ਏਰੀਆ ਹੈ, ਉਹ ਇੰਨਾ ਬਰੋਡ ਮਾਈਂਡਡ ਨਹੀਂ ਹੁੰਦਾ, ਉਹ ਸਮਝ ਨਹੀਂ ਸਕਦਾ। ਉਹਨਾਂ ਲਈ ਤਾਂ ਇੱਕ ਠੀਕ ਹੈ, ਇੱਕ ਗੁਰਮੀਤ ਇੱਕ ਚਿੱਤਰਕਾਰ ਹੈ, ਇੱਕ
ਪੇਂਟਿੰਗ ਕਰਦਾ, ਇੱਕ ਡਰਾਇੰਗ ਟੀਚਰ ਹੈ ਕਿ ਬ੍ਰਸ਼ ਫੜ ਕੇ 2-4 ਰੰਗ ਨੂੰ ਇੱਧਰ ਉੱਧਰ ਮਾਰ ਕੇ ਤੇ ਕਹਿਣਾ ਜੀ ਮੂਰਤ ਬਣਾ ਦਿੱਤੀ ਹੈ ਨਾ। ਬਹੁਤ ਸਾਰੇ ਲੋਕ ਇੱਦਾਂ ਸੋਚਦੇ ਨੇ, ਪਰ ਇੱਕ ਕਲਾਕਾਰ ਲਈ ਉਹ ਸੋਚਣਾ ਸਮਝਣਾ ਔਰ ਉਹਨੂੰ ਹੂ ਬਣਾਉਣਾ ਮੇਰੇ ਲਈ ਤਾਂ ਇਹ ਬੜੀ ਵੱਡੀ ਗੱਲ ਸੋਚਣ ਲਈ ਹੁੰਦੀ। ਮੈਂ ਤਾਂ ਜਦੋਂ ਇੱਕ ਕਲਾਕਾਰ ਨੂੰ, ਇੱਕ ਚਿੱਤਰਕਾਰ ਨੂੰ ਮਿਲਦੀ ਹਾਂ, ਮੇਰੇ ਆਪਣੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਇੱਕ ਇਨਸਾਨ ਸਭ ਕੁਝ ਕਰ ਸਕਦਾ, ਪਰ ਇੱਕ ਚਿੱਤਰਕਾਰ ਉਸ ਚੀਜ਼ ਨੂੰ ਕਿੱਦਾਂ ਹੱਥ ਬਣਾਉਂਦਾ ਹੈ। ਉਂਗਲਾਂ ਬਿਲਕੁਲ ਹੂਬਹੂ ਉੱਦਾਂ ਹੁੰਦੀਆਂ। ਜੇ ਉਹਨੇ ਕਿਸੇ ਲੜਕੀ ਦੀ ਜੇ ਆਪਾਂ ਕੋਈ ਚਿੱਤਰ ਦੇਖਦੇ ਹਾਂ ਤਾਂ ਉਹਦੇ ਜਿਹੜੇ ਗਹਿਣੇ ਗੱਟੇ ਨੇ, ਉਹਦਾ ਕਾਸਮੈਟਿਕ ਹੈਗਾ, ਉਹਦਾ ਕਲਰਸ ਹੈਗਾ, ਜਿਹੜਾ ਬੈਕਗਰਾਉਂਡ ਹੈ, ਹਰ ਚੀਜ਼ ਨੂੰ ਬਣਾਉਣਾ ਨਾ ਇੱਕ ਸੌਖਾ ਕੰਮ ਨਹੀਂ ਹੈਗਾ। ਇਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ, ਜਦੋਂ ਸਾਨੂੰ ਵੀ ਇਸ ਸਮੇਂ ਦਾ ਨਹੀਂ ਪਤਾ ਚੱਲਦਾ, ਜਦੋਂ ਪੇਂਟਿੰਗ ਦੇ ਬਣਾਉਣ ਬੈਠਦੇ ਹਾਂ ਆਪਾਂ, ਉਹ ਸਾਨੂੰ ਵੀ ਨਹੀਂ ਪਤਾ ਚੱਲਦਾ ਕਿ ਕਿੰਨਾ ਸਮਾਂ ਹੋ ਗਿਆ। ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦੀ ਹੈ ਕਿ ਜੇ ਮੇਰੇ ਵਾਈਫ ਜਦੋਂ ਪੇਂਟਿੰਗ ਕਰ ਰਹੇ ਆ, ਕੁਛ ਗੁਰਦੀਸ਼ ਹੈ ਉਹਨਾਂ ਦਾ ਨਾਮ ਵੀ ਮੈਂ ਦੱਸਣਾ ਚਾਹਾਂਗਾ, ਅਤੇ ਗੁਰਦੀਸ਼ ਜਦੋਂ ਕਈ ਵਾਰੀ ਮਤਲਬ ਲੈ ਕੇ ਆਉਂਦੀ ਆ ਖਾਣ ਲਈ, ਚਾਹ ਪੀਣ ਲਈ, ਤਾਂ ਪੇਂਟਿੰਗ ਦੇ ਵਿੱਚ ਇੰਨਾ ਖੁੱਭ ਜਾਂਦੇ ਆ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਖਾਣ ਲਈ ਜਾਂ ਪੀਣ ਲਈ ਕੋਈ ਚੀਜ਼ ਆਈ ਸੀਗੀ, ਅਤੇ ਉਹ ਚਾਹ ਆਈ ਹੈ ਜੇ ਫਿਰ ਚਾਹ ਫਿਰ ਠੰਡੀ ਹੋ ਜਾਂਦੀ ਹੈ, ਅਤੇ ਮਤਲਬ ਅਸੀਂ ਆਪਣੀ ਪੇਂਟਿੰਗ ਦੇ ਨਾਲ ਹੀ ਜੁੜੇ ਰਹਿੰਦੇ ਹਾਂ ਜੀ। ਅਤੇ ਸੋ ਭਾਜੀ ਨੇ ਹੁਣ ਹੌਲੀ ਹੌਲੀ ਸ਼ੁਰੂ ਕਰ ਦਿੱਤਾ ਹੈ ਕਿ ਵਾਈਫ ਦਾ ਵੀ ਜ਼ਿਕਰ ਕੀਤਾ ਹੈ। ਬੜੀ ਖੁਸ਼ੀ ਹੋਈ ਭਾਜੀ ਨੇ ਨਾਮ ਲਿਆ, ਦੱਸਿਆ ਇੱਕੋ ਜਿਹੇ ਨਾਮ ਨੇ। ਪਰਮਾਤਮਾ ਉਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ ਔਰ ਸਾਥ ਜਿਹੜਾ ਸਾਰੀ ਉਮਰ ਦਾ ਬਣਾਈ ਰੱਖੇ, ਕਿਉਂਕਿ ਇੱਦਾਂ ਦੀਆਂ ਪਰਸਨੈਲਿਟੀਜ਼ ਜਿਹੜਾ ਲੱਕੀਲੀ ਮਿਲਦੀਆਂ ਨੇ। ਸ਼ਾਂਤ ਸੁਭਾਅ ਦੇ ਜਿਹੜੇ ਹੁੰਦੇ ਨੇ, ਕਹਿੰਦੇ ਅਦਾਕਾਰ ਹੁੰਦੇ ਨੇ, ਕਲਾਕਾਰ ਹੁੰਦੇ ਨੇ। ਕਈ ਵਾਰ ਹੁੰਦਾ ਬੰਦੇ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਚੱਲਦੇ ਨੇ, ਲੇਕਿਨ ਫਿਰ ਵੀ ਉਹ ਆਪਣੀ ਉਸ ਜਿਹੜੀ ਹੈ ਇੱਕ ਬੰਧਨ ਨਹੀਂ ਕਹਿ ਸਕਦੇ, ਇੱਕ ਸਰਕਲ ਹੁੰਦਾ, ਉਹਦੇ ਵਿੱਚ ਉਹ ਰਹਿਣਾ ਚਾਹੁੰਦਾ ਹੈ। ਉਸ ਤੋਂ ਬਾਹਰ ਨਿਕਲਣਾ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਜਿਹੜਾ ਇਹ ਸਰਕਲ ਹੈ ਸਭ ਤੋਂ ਬੈਸਟ ਹੈ। ਹਾਂਜੀ, ਸਨੇਹਾ ਜੀ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ। ਜਿਹੜੀ ਇੱਕ ਕਲਾਕਾਰ ਦੀ ਸੋਚ ਹੁੰਦੀ ਹੈ ਉਹ ਦਾਇਰੇ ਤੋਂ ਆਈ ਥਿੰਕ ਬਾਹਰ ਹੀ ਹੁੰਦੀ ਹੈ, ਜ਼ਿਆਦਾ ਬਹੁਤ ਦੂਰ ਤੱਕ। ਪਰ ਆਪਣੇ ਪਰਿਵਾਰ ਵੱਲ ਦੇਖਦੇ ਹੋਏ ਉਹ ਕੁਛ ਦਾਇਰਾ ਬਣਾ ਲੈਂਦਾ, ਪਰ ਮੇਰੇ ਖਿਆਲ 'ਚ ਇੱਕ ਕਲਾਕਾਰ ਦੀ ਸੋਚ ਤਾਂ ਬਹੁਤ ਹੀ ਜ਼ਿਆਦਾ ਮਤਲਬ ਸੀਮਾਵਾਂ ਤੋਂ ਜ਼ਿਆਦਾ ਪਰੇ ਹੁੰਦੀ ਹੈ ਕਿ ਉਹ ਕਿਤੇ ਤੱਕ ਵੀ ਜਾ ਸਕਦਾ ਹੈ। ਐਕਚੁਅਲੀ ਇਹ ਸਵਾਲ ਤਾਂ ਕਿ ਇਹਨੂੰ ਦੂਸਰੇ ਤਰੀਕੇ ਨਾਲ ਪੁੱਛਿਆ ਸੀ ਕਿ ਭਾਜੀ ਇਹਨੂੰ ਥੋੜਾ ਜਿਹਾ, ਕਿਉਂਕਿ ਕਈ ਵਾਰ ਹੁੰਦਾ ਕਿ ਲਿਮਿਟਡ ਜਿਹਾ ਅੱਗੇ ਉਹ ਬੰਦਾ ਜਵਾਬ ਦਿੰਦਾ। ਸੋ ਇੱਦਾਂ ਦੀਆਂ ਜਿਹੜੀਆਂ ਕੁਐਸਚਨ ਨੂੰ ਥੋੜਾ ਟਵਿਸਟ ਕਰਕੇ ਪੁੱਛਣਾ, ਤੇ ਬੰਦੇ ਦੇ ਅੰਦਰਲੇ ਹਾਵ ਭਾਵ ਜਿਹੜੇ ਨੇ ਛੇਤੀ ਉਗਰ ਕੇ ਬਾਹਰ ਆਉਂਦੇ ਨੇ। ਭਾਜੀ ਨੇ ਫਟਾਕ ਦੇਣੀ ਇਸ ਗੱਲ ਦਾ ਜਵਾਬ ਦਿੱਤਾ ਜੀ। ਮੈਸੇਜ ਕੀ ਦੇਣਾ ਚਾਹੁੰਦੇ ਆ? ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਕਿ ਮਤਲਬ ਕੋਈ ਵੀ ਕਲਾ ਹੈ ਜਾਂ ਕਲਾਕਾਰ ਹੈ, ਉਸ ਦੀ ਜਿਹੜੇ ਸਾਡੇ ਸਮਾਜ ਨੂੰ ਉਹਦਾ ਸਾਥ ਦੇਣਾ ਚਾਹੀਦਾ। ਤਾਂ ਕਲਾਕਾਰ ਇੱਕ ਸਭ ਦਾ ਸਾਂਝਾ ਹੀ ਹੁੰਦਾ ਹੈ, ਅਤੇ ਉਹ ਮਤਲਬ ਉਹਦੇ ਜਿਹੜੇ ਭਾਵ ਨੇ ਉਹਨਾਂ ਨੂੰ ਜਾਣਨਾ ਚਾਹੀਦਾ, ਔਰ ਉਹਨੂੰ ਇੱਕ ਮਦਦ ਕਰਕੇ ਉਹਦੀ ਸਪੋਰਟ ਕਰਕੇ ਉੱਪਰ ਲੈ ਕੇ ਆਉਣਾ ਚਾਹੀਦਾ, ਤਾਂ ਕਿ ਉਹ ਆਪਣੇ ਇਲਾਕੇ ਦਾ, ਆਪਣੇ ਦੇਸ਼ ਦਾ, ਔਰ ਆਪਣੇ ਜੋ ਵੀ ਉਹ ਮੈਸੇਜ ਦਿੰਦਾ ਉਹਨਾਂ ਦਾ ਸਾਰੀ ਦੁਨੀਆ ਨੂੰ ਪਤਾ ਚੱਲਣਾ ਚਾਹੀਦਾ ਜੀ। ਤੋ ਇਹੀ ਮੇਰਾ ਜਾਂਦੇ ਜਾਂਦੇ ਮੇਰਾ ਇੱਕ ਨਾ ਆਖਰੀ ਸਵਾਲ ਕਿ ਕਈ ਵਾਰ ਹੁੰਦਾ ਕਿ ਆਪਣੇ ਨੇਬਰਸ ਹੁੰਦੇ ਨੇ, ਆਪਣੇ ਰਿਸ਼ਤੇਦਾਰ ਹੁੰਦੇ ਨੇ ਨਾ, ਹਾਂਜੀ, ਆਪਣੇ ਬੱਚੇ ਨੇ ਭਾਵੇਂ ਕੁਛ ਨਾ ਕੀਤਾ ਹੋਵੇ, ਪਰ ਜਿਹੜਾ ਕੋਈ ਆਪਣੇ ਵਰਗਾ, ਆਪਾਂ ਆਪਣੀ ਗੱਲ ਕਰ ਰਹੇ ਹਾਂ, ਜਿੱਦਾਂ ਕਿ ਤੁਸੀਂ ਚਿੱਤਰਕਾਰ ਹੋ ਨਾ, ਤੁਸੀਂ ਪੇਂਟਿੰਗਸ ਕਰਦੇ ਹੋ, ਸੋ ਉਸ ਕਿਸੇ ਵੀ ਇਨਸਾਨ ਦੀ ਮੈਂ ਗੱਲ ਕਰਦੇ, ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ। ਉਹਦਾ ਕੰਮ ਕੀਤਾ ਛੋਟਾ ਹੈ ਵੱਡਾ ਹੈ ਨਾ, ਤਾਂ ਕਿ ਉਹਨੂੰ ਹੌਸਲਾ ਹੋਵੇ। ਉਹਦਾ ਜਿਹੜਾ ਉਹਨੂੰ ਮੋਰਲ ਸਪੋਰਟ ਹੋਣੀ ਚਾਹੀਦੀ। ਉਹਦਾ ਹੌਸਲਾ ਤੋੜਨਾ ਨਹੀਂ ਚਾਹੀਦਾ ਕਿ ਬੰਦੇ ਨੂੰ ਲੱਗੇ ਕਿ ਮੈਂ ਕੀ ਸਿੱਖ ਲਿਆ। ਮਤਲਬ ਉਹ ਗੱਲਾਂ ਕਈ ਵਾਰ ਬੰਦੇ ਦੇ ਦਿਮਾਗ ਤੇ ਸਟਕ ਕਰਦੀਆਂ ਨਹੀਂ ਭੈਣ ਜੀ। ਉਹ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੀ ਨੌਲੇਜ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਪ੍ਰੋਪਰਲੀ ਉਹ ਵਿਸ਼ੇ ਦੇ ਬਾਰੇ, ਜਿਹੜਾ ਅਸੀਂ ਕਰ ਰਹੇ ਹਾਂ ਉਹ ਸਬਜੈਕਟ ਦੇ ਬਾਰੇ, ਤਾਂ ਫਿਰ ਆਪਾਂ ਚੁੱਪ ਹੋ ਜਾਂਦੇ ਹਾਂ। ਨਹੀਂ, ਪਰ ਜੇ ਅੱਜ ਦੀ ਦੌਰ ਦੇ ਵਿੱਚ ਮੈਨੂੰ ਕੋਈ ਆਪਣੇ ਬੱਚੇ ਦੇ ਫਿਊਚਰ ਦੇ ਵਿੱਚ ਪੁੱਛੇਗਾ ਤਾਂ ਮੈਂ ਜ਼ਰੂਰ ਦੱਸਾਂਗਾ ਕਿ ਡਰਾਇੰਗ ਦਾ ਜਿਹੜਾ ਫਿਊਚਰ ਹੈ ਬਹੁਤ ਹੀ ਬਰਾਈਟ ਹੈ ਜੀ। ਉਹਦੇ ਵਿੱਚ ਬੱਚਾ, ਆਪਾਂ ਅੱਜ ਤਾਂ ਮੀਡੀਆ ਦਾ ਦੌਰ ਹੈ, ਬਹੁਤ ਹੀ ਫੇਮਸ ਹੋ ਕੇ ਬਹੁਤ ਹੀ ਲੱਖਾਂ ਕਰੋੜਾਂ ਰੁਪਏ ਦੀਆਂ ਜਿਹੜੀਆਂ ਆਪਾਂ ਫੋਰਨਰਸ ਦੀਆਂ ਦੇਖਦੇ ਹਾਂ ਪੇਂਟਿੰਗਸ, ਮਾਈਕਲੋ ਐਂਜਲੋ ਹੋ ਗਿਆ, ਮਤਲਬ ਲਿਓਨਾਰਡੋ ਦਾ ਵਿੰਚੀ ਹੋ ਗਿਆ, ਇਹਨਾਂ ਦੀਆਂ ਪੇਂਟਿੰਗਸ ਕਿੰਨੀਆਂ ਮਤਲਬ ਮਹਿੰਗੀਆਂ ਵਿਕੀਆਂ ਹੈ। ਅਤੇ ਬਾਕੀ ਸੋਚ 'ਤੇ ਡਿਪੈਂਡ ਹੁੰਦਾ, ਆਪਣੀ ਸੋਚ ਕਾਫੀ ਜ਼ਰੂਰੀ ਹੈ। ਹਾਂਜੀ, ਸੋਚ ਨੂੰ ਡਿਵੈਲਪ ਕਰਨ ਦੀ ਲੋੜ ਹੈ। ਅਤੇ ਫੋਰਨ ਦੇ ਵਿੱਚ ਇਸ ਤਰ੍ਹਾਂ ਨਹੀਂ ਸੋਚਿਆ ਜਾਂਦਾ। ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੱਸਦੇ ਆ ਕਿ ਤੁਸੀਂ ਕੋਈ ਵੀ ਪ੍ਰੈਕਟੀਕਲੀ ਵਰਕ ਕਰੋ, ਜਿਹੜਾ ਆਪਣਾ
ਇੱਕ ਛੋਟੀ ਜੀ ਮੈਂ ਤੁਹਾਨੂੰ ਸਟੋਰੀ ਸੁਣਾਉਣੀ ਚਾਹਾਂਗਾ ਜੀ ਕਿ ਆਪਣੇ ਕੁਝ ਪੰਜਾਬੀ ਸੀਗੇ ਵੀਰ ਦੋਸਤ, ਉਹਨਾਂ ਨੇ ਉਧਰ ਕਿਸੇ ਅੰਗਰੇਜ਼ ਨਾਲ ਸਾਂਝੀ ਗੱਲਬਾਤ ਦੀ ਸਾਨੂੰ ਸੁਣਾਈ ਵੀ ਅਸੀਂ ਉਹਨਾਂ ਨੂੰ ਪੁੱਛਿਆ ਬਈ ਤੁਸੀਂ ਆਪਣੇ ਬੱਚੇ ਨੂੰ ਕੀ ਬਣਾਓਗੇ, ਤਾਂ ਉਹ ਕਹਿੰਦਾ ਵੀ ਆਪਾਂ ਬੱਚੇ ਤੋਂ ਹੀ ਪੁੱਛਦੇ ਹਾਂ। ਤਾਂ ਪੇਰੈਂਟਸ ਸੀਗੇ, ਉਹਨਾਂ ਨੇ ਪੁੱਛਿਆ ਕਿ ਬੇਟੇ ਤੁਸੀਂ ਕੀ ਬਣੋਗੇ, ਤਾਂ ਉਹ ਬੱਚੇ ਨੇ ਕਿਹਾ ਮੈਂ ਤਾਂ ਪਾਪਾ ਮਿਸਤਰੀ ਬਣੂੰਗਾ। ਤਾਂ ਉਹਨਾਂ ਨੇ ਬੜਾ ਪ੍ਰਾਊਡ ਮਾਣ ਮਹਿਸੂਸ ਕੀਤਾ ਬਈ ਸਾਡਾ ਬੱਚਾ ਕਹਿੰਦਾ ਕਿ ਮੈਂ ਮਿਸਤਰੀ ਬਣੂੰਗਾ ਇੱਕ। ਪਰ ਜੇ ਆਪਾਂ ਆਪਣੇ ਹੀ ਇੰਡੀਆ ਦੇ ਵਿੱਚ ਦੇਖੀਏ ਕਿ ਆਪਾਂ ਆਪਣੇ ਬੱਚੇ ਨੂੰ ਕਦੇ ਵੀ ਮਿਸਤਰੀ ਨਹੀਂ ਬਣ ਦੇਵਾਂਗੇ, ਕਿਉਂਕਿ ਆਪਣੀ ਥਿੰਕਿੰਗ ਇਸ ਤਰ੍ਹਾਂ ਕਿ ਡਾਕਟਰ ਬਣਾਉਣਾ ਹੈ, ਇੰਜੀਨੀਅਰ ਬਣਾਉਣਾ ਜਾਂ ਤਾਂ ਇਸ ਲਈ ਅੱਗੇ ਜਾ ਕੇ ਬੱਚਿਆਂ ਨੂੰ ਬਹੁਤ ਜੋਬਸ ਦੇ ਜਿਹੜੀਆਂ ਨੌਕਰੀਆਂ ਦਾ ਮਤਲਬ ਨਹੀਂ ਹੈ ਉਹਨਾਂ ਆਪਣੇ ਕੋਲ ਇੰਤਜ਼ਾਮ, ਤਾਂ ਮੁਸ਼ਕਿਲ ਦਾ ਸਾਹਮਣਾ ਬੱਚੇ ਨੂੰ ਕਰਨਾ ਔਖਾ ਹੁੰਦਾ। ਫਿਰ ਬੱਚੇ ਨਸ਼ੇ ਦੇ ਵੱਲ ਵੱਧਦੇ ਆ ਜਾਂ ਕੋਈ ਹੋਰ ਮਾੜੇ ਕਦਮ ਉਠਾਉਂਦੇ ਆ। ਤਾਂ ਮੈਂ ਚਾਹੁੰਦਾ ਕਿ ਜੇ ਇੱਕ ਕਲਾ ਦਾ ਮਤਲਬ ਪ੍ਰੇਮੀ ਹੋਏਗਾ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਵੇਗਾ। ਮੇਰਾ ਕਲਾ ਨੇ ਬਹੁਤ ਸਾਥ ਦਿੱਤਾ ਹੈ ਜੀ, ਤਾਂ ਮੈਂ ਇਹ ਕਹਿਣਾ ਚਾਹੁੰਦਾ। ਔਰ ਉਸੇ ਕਲਾ ਦੇ ਹੁਨਰ ਦੇ ਨਾਲ ਤੁਸੀਂ ਅੱਜ ਇਸ ਚੈਨਲ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਔਰ ਬਹੁਤ ਚੰਗਾ ਲੱਗਾ। ਤੁਸੀਂ ਆਪਣੇ ਜਿਹੜੇ ਖੱਟੇ ਮਿੱਠੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਔਰ ਸਾਨੂੰ ਵੀ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇਜਾਜ਼ਤ ਲੈਂਦੇ ਹਾਂ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਫਿਰ ਕਦੇ ਟਾਈਮ ਮਿਲਿਆ ਤਾਂ ਜ਼ਰੂਰ ਤੁਹਾਡੇ ਨਾਲ ਫਿਰ ਤੋਂ ਰਾਬਤਾ ਕਾਇਮ ਕਰਾਂਗੇ। ਜ਼ਰੂਰ ਜੀ, ਜ਼ਰੂਰ ਜੀ। ਅਗਲੇ ਹਫਤੇ ਲਈ ਕੁਝ ਨਵਾਂ, ਕੁਝ ਵੱਖਰਾ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ। ਤੇ ਹੁਣ ਗੁਰਮੀਤ ਭਾਜੀ ਤੋਂ ਲੈਂਦੇ ਹਾਂ ਇਜਾਜ਼ਤ। ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।